ਵਾਹਿਗੁਰੂ 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 ਵਾਹਿਗੁਰੂ। ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ। ਰਾਮ ਨਾਮ ਸਿਮਰਨ ਬਿਨਾ ਬੂਢਤੀ ਅਧਿਕਾਈ। ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ। ਰਾਮ ਨਾਮ ਸਿਮਰਨ ਬਿਨਾ ਬੂਢਤੀ ਅਧਿਕਾਈ। ਰਹਾਉ ਬਨਤਾ ਸੁਤ ਦੇਹ ਗ੍ਰੇਹ ਸੰਪਤ ਸੁਖਦਾਈ। ਇਨ ਮੈਂ ਕਛ ਨਾਹਿ ਤੇਰੋ ਕਾਲ ਅਵਧ ਆਈ। ਅਜਾਮਲ ਗਜ ਗਨਿਕਾ ਪਤਿਤ ਕਰਮ ਕੀਨੇ। ਤੇਉ ਉਤਰ ਪਾਰ ਪਰੀ ਰਾਮ ਨਾਮ ਲੀਨੇ। ਸੂਕਰ ਕੂਕਰ ਜੋ ਨ ਭ੍ਰਮੇ ਤਉ ਲਾਜ ਨ ਆਈ। ਰਾਮ ਨਾਮ ਛਾੜ ਅੰਮ੍ਰਿਤ ਕਾਹੇ ਬਿਖ ਖਾਈ। ਤਜ ਭਰਮ ਕਰਮ ਬਿਦਨ ਖੇਦਾ ਰਾਮ ਨਾਮ ਲੇਹੀ। ਗੁਰ ਪ੍ਰਸਾਦ ਜਨ ਕਬੀਰ ਰਾਮ ਕਰ ਸਨੇਹੀ। ਤਜ ਭਰਮ ਕਰਮ ਬਿਦਨ ਖੇਦਾ ਰਾਮ ਨਾਮ ਲੇਹੀ। ਗੁਰ ਪ੍ਰਸਾਦ ਜਨ ਕਬੀਰ ਰਾਮ ਕਰ ਸਨੇਹੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਕਿਰਪਾ ਨਿਧਾਨ ਦਇਆ ਦੇ ਸਾਗਰ ਰਹਿਮਤਾਂ ਦੇ ਘਰ ਜੁਗਹੁ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਸੁਭਾਏਮਾਨ ਹੋਏ ਬੈਠੇ ਗੁਰਮੁਖ ਪਿਆਰੇ ਸਤ ਸੰਗੀ ਜਨੋ ਵੱਡੇ ਭਾਗ ਹਨ ਜੋ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਥਾਨ ਸ੍ਰੀ ਦਰਬਾਰ ਸਾਹਿਬ ਵਿਖੇ ਮੰਜੀ ਸਾਹਿਬ ਦੀਵਾਨ ਹਾਲ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰਦੇ ਹੋਏ ਮਨੁੱਖਾ ਜਨਮ ਸਮੇਂ ਅਤੇ ਸਵਾਸਾਂ ਨੂੰ ਸਫਲਿਆਂ ਕਰ ਰਹੇ ਹਾਂ। ਅੰਮ੍ਰਿਤਮਈ ਗੁਰਬਾਣੀ ਕੀਰਤਨ ਆਪ ਜੀ ਨੇ ਸ਼ਰਵਨ ਕੀਤੇ ਹਨ। ਅੱਜ ਦੇ ਜੋ ਪਾਵਨ ਉਪਦੇਸ਼ ਸਵਰੂਪ ਹੁਕਮ ਸਤਿਗੁਰਾਂ ਨੇ ਮਨੁੱਖਤਾ ਦੀ ਕਲਿਆਣ ਦੇ ਵਾਸਤੇ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਬਖਸ਼ਿਸ਼ ਕੀਤੇ ਹਨ ਤੇ ਇਸ ਦੀ ਵਿਚਾਰ ਦਾ ਸਮਾਂ ਹੈ। ਆਓ ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਕਾਈਏ। ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ। ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ। ਅੱਜ ਦਾ ਪਾਵਨ ਉਪਦੇਸ਼ ਭਗਤ ਸਾਹਿਬਾਨ ਭਗਤ ਕਬੀਰ ਸਾਹਿਬ ਜੀ ਵੱਲੋਂ ਬਖਸ਼ਿਸ਼ ਕੀਤਾ ਹੋਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪਾਵਨ ਅੰਗ 692 ਦੇ ਉੱਪਰ ਸੁਭਾਏਮਾਨ ਹੈ। ਇਸ ਪਾਵਨ ਉਪਦੇਸ਼ ਦੇ ਦੁਆਰਾ ਸਤਿਗੁਰੂ ਬਖਸ਼ਿਸ਼ ਕਰ ਰਹੇ ਹਨ ਜੋ ਕਲਯੁਗ ਦਾ ਮੇਨ ਮੁੱਖ ਉਦੇਸ਼ ਹੈ ਮਨੁੱਖ ਦਾ, ਜੋ ਕਲਯੁਗ ਦਾ ਧਰਮ ਹੈ, ਜੋ ਮਨੁੱਖਾ ਜੀਵਨ ਦੀ ਸਫਲਤਾ ਦਾ ਸਾਧਨ ਹੈ। ਪਰਮੇਸ਼ਵਰ ਦਾ ਸਿਮਰਨ, ਪਰਮੇਸ਼ਵਰ ਦੀ ਯਾਦ, ਪਰਮੇਸ਼ਵਰ ਦਾ ਚੇਤਾ। ਭਗਤ ਸਾਹਿਬਾਨ ਨੇ ਸ਼ਬਦ ਵਰਤੇ ਹਨ ਰਾਮ ਸਿਮਰ। ਰਾਮ ਤੋਂ ਭਾਵ ਜੋ ਰਮਿਆ ਹੋਇਆ ਹੈ। ਜਲ ਥਲ ਮਹੀਲ ਪੂਰਿਆ ਸੁਆਮੀ ਸਿਰਜਣਹਾਰ, ਅਨਕ ਭਾਂਤ ਹੋਏ ਪਸਰਿਆ ਨਾਨਕ ਏਕ ਓੰਕਾਰ। ਉਹ ਇੱਕ ਓੰਕਾਰ, ਇੱਕ ਓੰਕਾਰ ਪਰਮੇਸ਼ਵਰ ਸਵਰੂਪ ਨਿਰੰਕਾਰ ਜੋ ਹਰ ਪਾਸੇ ਪਸਰਿਆ ਹੋਇਆ ਹੈ। ਪਾਤਸ਼ਾਹ ਜੀ ਦੀ ਬਾਣੀ ਦਾ ਫਰਮਾਨ ਹੈ ਸਤਿਯੁਗ ਸਤ, ਤ੍ਰੇਤਾ ਜਗੀ, ਦੁਆਪਰ ਪੂਜਾ ਚਾਰ, ਤੀਨੋਂ ਯੁਗ ਤੀਨੋਂ ਦ੍ਰਿੜੇ, ਕਲ ਕੇਵਲ ਨਾਮ ਆਧਾਰ। ਕਲਯੁਗ ਦਾ ਜੋ ਸਮਾਂ ਹੈ ਕੇਵਲ ਸਿਮਰਨ ਦਾ ਸਮਾਂ ਹੈ, ਜਪਣ ਦਾ ਵੇਲਾ ਹੈ, ਧਿਆਉਣ ਦਾ ਵੇਲਾ ਹੈ, ਚੇਤਾ ਰੱਖਣ ਦਾ ਵੇਲਾ ਹੈ। ਇਸ ਕਰਕੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਭਗਤ ਕਬੀਰ ਸਾਹਿਬ ਜੀ ਦੇ ਅੰਮ੍ਰਿਤ ਬਚਨ ਸਤਿਗੁਰ ਕਹਿੰਦੇ ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ। ਰਮੇ ਹੋਏ ਰਾਮ ਨੂੰ ਸੌਂਦਿਆਂ ਬਹਿੰਦਿਆਂ ਉੱਠਦਿਆਂ ਕੰਮਕਾਰ ਕਰਦਿਆਂ ਹਰ ਵੇਲੇ ਸਵਾਸ ਸਵਾਸ ਹਰ ਨਾਮ ਜਪ। ਸਤਿਗੁਰ ਕਹਿੰਦੇ ਇਸ ਜੋ ਮਨੁੱਖਾ ਦੇਹੀ ਦੇ ਦੁਆਰਾ ਹਰ ਇੱਕ ਸਵਾਸ ਦੇ ਨਾਲ ਉਸ ਪਰਮੇਸ਼ਵਰ ਦਾ ਚੇਤਾ ਆਉਣਾ ਚਾਹੀਦਾ ਹੈ। ਹਰ ਸਵਾਸ ਮਨੁੱਖ ਦਾ ਜੋ ਹੈ ਉਹ ਪਰਮਾਤਮਾ ਦੀ ਯਾਦ ਵਿੱਚ ਹੋਣਾ ਚਾਹੀਦਾ ਹੈ। ਇਹ ਮਨੁੱਖਾ ਜੀਵਨ ਦਾ ਮਨੋਰਥ ਹੈ, ਇਹ ਮਨੁੱਖਾ ਜੀਵਨ ਦਾ ਅਸਲ ਫਲ ਹੈ ਕਿ ਪਰਮੇਸ਼ਵਰ ਨੂੰ ਚੇਤਾ ਰੱਖੇ, ਪਰਮੇਸ਼ਵਰ ਨੂੰ ਯਾਦ ਰੱਖੇ। ਸ਼ਬਦ ਰਾਮ ਵਰਤਿਆ ਹੈ। ਬਹੁਤ ਵਾਰੀ ਮਨੁੱਖ ਭੁਲੇਖਾ ਖਾ ਜਾਂਦੇ ਹਨ ਜਾਂ ਕੁਝ ਮਨੁੱਖ ਇਹ ਵੀ ਗੱਲ ਕਹਿੰਦੇ ਹਨ ਕਿ ਰਾਮ ਜੋ ਦਸ਼ਰਥ ਦੇ ਪੁੱਤਰ ਹੋਏ ਹਨ ਸ਼ਾਇਦ ਇਹ ਉਹਨਾਂ ਦਾ ਨਾਮ ਹੈ। 3200 ਤੋਂ ਵੱਧ ਰਾਮ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਆਇਆ ਹੈ, ਪਰ ਹਰ ਵਾਰ ਪਰਮੇਸ਼ਵਰ ਦਾ ਵਾਚਕ ਹੈ। ਪਰਮੇਸ਼ਵਰ ਨਿਰੰਕਾਰ ਦਾ ਵਾਚਕ ਰਮਿਆ ਹੋਇਆ ਹੋਣ ਕਰਕੇ ਉਸ ਨੂੰ ਰਾਮ ਕਿਹਾ ਗਿਆ ਹੈ, ਪ੍ਰਭ ਕਿਹਾ ਗਿਆ ਕਿਉਂਕਿ ਪਰ ਵਿਸ਼ੇਸ਼ ਕਰਕੇ ਪੰਜਾਂ ਤੱਤਾਂ ਤੋਂ ਪਰੇ ਹੈ। ਇਸ ਕਰਕੇ ਉਸ ਨੂੰ ਪ੍ਰਭੂ ਕਿਹਾ ਜਾਂਦਾ ਹੈ। ਕਰਤਾਰ ਕਿਹਾ ਜਾਂਦਾ ਹੈ। ਕਰ ਕਹਿੰਦੇ ਹਨ ਹੱਥ ਨੂੰ, ਤਾਰ ਕਹਿੰਦੇ ਹਨ ਡੋਰੀ ਨੂੰ, ਕਿਉਂਕਿ ਸਾਡੇ ਸਾਰਿਆਂ ਦੀ ਜੀਵਨ ਰੂਪੀ ਡੋਰ ਉਹਦੇ ਹੱਥ ਵਿੱਚ ਹੈ। ਪੜ੍ਹਦੇ ਹਾਂ ਬਾਣੀ ਦੇ ਅੰਦਰ ਪ੍ਰਭ ਡੋਰੀ ਹਾਥ ਤੁਮਾਰੇ। ਇਸ ਕਰਕੇ ਉਸ ਨੂੰ ਕਰਤਾਰ ਕਿਹਾ ਜਾਂਦਾ ਹੈ। ਇਹ ਪਰਮੇਸ਼ਵਰ ਦੇ ਕਿਰਤਮ ਨਾਮ ਹਨ, ਵਿਸ਼ੇਸ਼ਣਾਤਮਕ ਨਾਮ ਹਨ ਪਰਮੇਸ਼ਵਰ ਦੇ। ਜਿਸ ਤਰ੍ਹਾਂ ਦੀਆਂ ਉਹਦੀਆਂ ਵਿਸ਼ੇਸ਼ਤਾਈਆਂ ਹਨ, ਜਿਸ ਤਰ੍ਹਾਂ ਦੇ ਉਹ ਕਰਮ ਕਰਦਾ ਹੈ, ਜਿਸ ਤਰ੍ਹਾਂ ਦਾ ਪਰਮੇਸ਼ਵਰ ਦਾ ਸਵਰੂਪ ਹੈ, ਪਰਮੇਸ਼ਵਰ ਨੂੰ ਉਸੇ ਤਰ੍ਹਾਂ ਬੇਅੰਤ ਨਾਵਾਂ ਦੇ ਨਾਲ ਯਾਦ ਕੀਤਾ ਜਾਂਦਾ ਹੈ। ਕਿਤੇ ਉਸ ਨੂੰ ਬੀਠਲ ਕਿਹਾ ਜਾਂਦਾ ਹੈ, ਕਿਤੇ ਉਸ ਨੂੰ ਮਾਧਵ ਕਿਹਾ ਜਾਂਦਾ ਹੈ। ਸੋ ਇਹ ਸਾਰੇ ਨਾਮ ਪਰਮੇਸ਼ਵਰ ਦੇ ਹਨ, ਅਕਾਲ ਦੇ ਹਨ, ਵਾਹਿਗੁਰੂ ਦੇ ਹਨ। ਇੱਥੇ ਭਗਤ ਕਬੀਰ ਸਾਹਿਬ ਜੀ ਨੇ ਰਾਮ ਸ਼ਬਦ ਦੀ ਵਰਤੋਂ ਕਰਦੇ ਹੋਏ ਸਾਡਾ ਧਿਆਨ ਉਸ ਨਿਰੰਕਾਰ ਦੇ ਵੱਲ ਨੂੰ ਕੀਤਾ ਹੈ ਕਿ ਉਸ ਪਰਮੇਸ਼ਵਰ ਨੂੰ ਚੇਤਾ ਰੱਖਣਾ ਹੈ। ਸਵਾਸ ਸਵਾਸ ਉਹ ਪਰਮੇਸ਼ਵਰ ਸਾਨੂੰ ਵਿਸਰ ਨਾ ਜਾਏ, ਉਹ ਪਰਮਾਤਮਾ ਦਾ ਚੇਤਾ ਸਾਡੇ ਹਿਰਦੇ ਵਿੱਚ ਬਣਿਆ ਰਹੇ। ਇਸ ਕਰਕੇ ਭਗਤ ਸਾਹਿਬਾਨ ਜੀ ਨੇ ਬਚਨ ਕੀਤੇ ਰਾਮ ਸਿਮਰ ਰਾਮ ਸਿਮਰ। ਬਾਣੀ ਦੇ ਅੰਦਰ ਕਿਸੇ ਵੀ ਨਾਮ ਨੂੰ ਸਿਮਰਨ ਦੀ ਮਨਾਹੀ ਨਹੀਂ ਹੈ। ਆਪਣੀ ਮਰਿਆਦਾ ਅਨੁਸਾਰ, ਆਪਣੇ ਮਤ ਅਨੁਸਾਰ, ਆਪਣੇ ਧਰਮ ਅਨੁਸਾਰ, ਆਪਣੇ ਇਸ਼ਟ ਅਨੁਸਾਰ ਕਿਸੇ ਵੀ ਰੂਪ ਅੰਦਰ ਮਨੁੱਖ ਪਰਮਾਤਮਾ ਦਾ ਨਾਮ ਸਿਮਰ ਸਕਦਾ ਹੈ। ਬਾਣੀ ਨੇ ਨਿਰਣਾ ਕੀਤਾ ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਈਆਂ, ਕੋਈ ਅਲਾਏ। ਹਰ ਤਰੀਕੇ ਦੇ ਨਾਲ ਚਿੱਤ ਪਰਮੇਸ਼ਵਰ ਦੇ ਨਾਲ ਜੁੜਨਾ ਚਾਹੀਦਾ ਹੈ। ਸ਼ਬਦ ਕੋਈ ਵੀ ਹੋਵੇ, ਪਰਮਾਤਮਾ ਦਾ ਚੇਤਾ ਆਵੇ, ਉਹ ਪ੍ਰਵਾਨ ਹੈ। ਇਸ ਕਰਕੇ ਸਤਿਗੁਰ ਕਹਿੰਦੇ, ਭਗਤ ਕਬੀਰ ਸਾਹਿਬ ਕਹਿ ਰਹੇ ਹਨ ਰਾਮ ਸਿਮਰ ਰਾਮ ਸਿਮਰ।
ਉਹ ਰਮੇ ਹੋਏ ਰਾਮ ਪਰਮੇਸ਼ਰ ਨੂੰ ਸਿਮਰਨਾ ਕਰ ਭਾਈ, ਉਸ ਪਰਮੇਸ਼ਰ ਦਾ ਸਿਮਰਨ ਕਰ। ਰਾਮ ਨਾਮ ਸਿਮਰਨ ਬਿਨਾ ਬੂੜਤੇ ਅਧਿਕਾਈ। ਭਗਤ ਕਬੀਰ ਸਾਹਿਬ ਬਖਸ਼ਿਸ਼ ਕਰ ਰਹੇ ਹਨ, ਰਾਮ ਨਾਮ ਸਿਮਰਨ ਬਿਨ। ਦੇਖੋ, ਜੇ ਸਿਮਰਨ ਨਹੀਂ ਹੈ, ਪਰਮੇਸ਼ਰ ਦਾ ਨਾਮ ਹਿਰਦੇ ਵਿੱਚ ਨਹੀਂ ਹੈ, ਬੂੜ ਤੇ ਅਧਿਕਾਈ, ਤੇ ਬਹੁਤ ਅਤਿਸ਼ੈ ਕਰਕੇ, ਜਿਨ੍ਹਾਂ ਦੇ ਕੋਲ ਅਧਿਕਤਾ ਕਰਕੇ, ਬਹੁਤਾਇਤ ਕਰਕੇ ਧਨ ਪਦਾਰਥ ਹੋਏ ਹਨ, ਜਾਂ ਦਾਦਾਂ ਹੋਈਆਂ ਹਨ, ਜਾਂ ਕੋਈ ਗਿਆਨਵਾਨ ਵੀ ਕਿਉਂ ਨਹੀਂ ਹੋਇਆ, ਗਿਆਨੀ ਵੀ ਕਿਉਂ ਨਾ ਹੋਵੇ, ਅਗਰ ਪ੍ਰਮਾਤਮਾ ਦਾ ਨਾਮ ਪੱਲੇ ਨਹੀਂ ਹੈ, ਪਰਮੇਸ਼ਰ ਦਾ ਚੇਤਾ ਹਿਰਦੇ ਵਿੱਚ ਨਹੀਂ ਹੈ, ਤੇ ਇਹ ਸਾਰੇ ਹੀ ਬੂੜ ਤੇ ਭਾਵ ਡੁੱਬਦੇ ਜਾਂਦੇ ਹਨ, ਸੰਸਾਰ ਦੇ ਅੰਦਰ ਡੁੱਬ ਜਾਂਦੇ ਹਨ, ਪਾਰ ਉਤਾਰਾ ਨਹੀਂ ਹੋ ਸਕਦਾ। ਕਲਯੁਗ ਦੇ ਅੰਦਰ ਰਾਮ ਨਾਮ ਤੋਂ ਬਿਨਾਂ ਪਾਰ ਉਤਾਰਾ ਨਹੀਂ ਹੋ ਸਕਦਾ। ਇਹ ਨਿਰਣਾ ਕਰਕੇ ਸਤਿਗੁਰ ਨੇ ਬਖਸ਼ਿਸ਼ ਕੀਤੀ ਹੈ। ਇਹ ਨਿਰਣਾ ਕਰਕੇ ਗੁਰਬਾਣੀ ਨੇ ਸਾਨੂੰ ਬਾਰ-ਬਾਰ ਇਹ ਗੱਲ ਸਮਝਾਈ ਹੈ ਕਿ ਕਲਯੁਗ ਦੇ ਅੰਦਰ ਅਬ ਕਲੂ ਆਇਓ ਰੇ, ਇੱਕ ਨਾਮ ਬੋਵਹੁ ਬੋਵਹੁ। ਹੁਣ ਕਲਯੁਗ ਦਾ ਸਮਾਂ ਹੈ, ਸਿਮਰਨ ਦਾ ਸਮਾਂ ਹੈ, ਪਰਮੇਸ਼ਰ ਨੂੰ ਭਜਣ ਦਾ ਸਮਾਂ ਹੈ, ਯਾਦ ਰੱਖਣ ਦਾ ਸਮਾਂ ਹੈ। ਕਲਯੁਗ ਦਾ ਧਰਮ ਨਾਮ ਹੈ, ਸਿਮਰਨ ਹੈ, ਗੁਰੂ ਦਾ ਚੇਤਾ ਹੈ, ਪਰਮੇਸ਼ਰ ਦਾ ਉਪਦੇਸ਼, ਗੁਰੂ ਦਾ ਉਪਦੇਸ਼ ਜੋ ਸਿਮਰਨਾ ਹੈ। ਇਸ ਕਰਕੇ ਪਾਤਸ਼ਾਹ ਭਗਤ ਕਬੀਰ ਸਾਹਿਬ ਕਹਿ ਰਹੇ ਹਨ, ਰਾਮ ਨਾਮ ਸਿਮਰਨ ਬਿਨ ਬੂੜ ਤੇ ਅਧਿਕਾਈ। ਅਧਿਕਾਈ ਤੋਂ ਭਾਵ ਚਾਹੇ ਜਿੰਨਾ ਮਰਜ਼ੀ ਧਨ ਕਿਉਂ ਨਾ ਹੋ ਜਾਏ, ਧਨਵਾਨ ਮਨੁੱਖ ਸੰਸਾਰ ਤੋਂ ਤਰ ਨਹੀਂ ਸਕੇਗਾ। ਧਨਵਾਨ ਜਿੱਡਾ ਮਰਜ਼ੀ ਹੋਵੇ, ਸਮੁੰਦ ਸ਼ਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ, ਕੀੜੀ ਤੁਲ ਨਾ ਹੋਵਨੀ, ਜੇ ਤਿਸ ਮਨਹੁ ਨਾ ਵੀਸਰਹਿ। ਜੇ ਪਰਮਾਤਮਾ ਹਿਰਦੇ ਦੇ ਵਿੱਚ ਨਾ ਆਇਆ ਤੇ ਸਮੁੰਦਰਾਂ ਜਿੱਡੇ ਵੱਡੇ ਵੱਡੀਆਂ ਜਾਇਦਾਦਾਂ, ਪਹਾੜਾਂ ਜਿੱਡੇ ਵੱਡੇ ਵੱਡੇ ਧਨ ਦੇ ਅੰਬਾਰ ਵੀ ਜੋ ਹੁਣ ਕਿਸੇ ਕੰਮ ਨਹੀਂ ਆਉਣੇ। ਅਧਿਕਾਈ, ਅਧਿਕਾਈ ਕਰਕੇ ਜਾਇਦਾਦਾਂ ਹੋਣ ਤੇ ਮਨੁੱਖ ਸੋਚੇ ਵੀ ਮੈਂ ਜਾਇਦਾਦ ਕਮਾ ਲਵਾਂ, ਸੰਸਾਰ ਸਾਗਰ ਤੋਂ ਪਾਰ ਹੋ ਜਾਵਾਂਗਾ। ਸਤਿਗੁਰ ਕਹਿੰਦੇ ਇਹ ਨਹੀਂ ਹੋ ਸਕਦਾ। ਭਗਤ ਸਾਹਿਬਾਨ ਕਹਿੰਦੇ ਇਹ ਨਹੀਂ ਹੋ ਸਕਦਾ। ਜੇ ਪਰਮਾਤਮਾ ਦਾ ਸਿਮਰਨ ਨਹੀਂ ਕਰ ਰਿਹਾ, ਜੇ ਪਰਮਾਤਮਾ ਤੇਰੇ ਹਿਰਦੇ ਵਿੱਚ ਨਹੀਂ ਹੈ, ਤੇ ਤੇਰੀਆਂ ਜਾਇਦਾਦਾਂ, ਤੇਰੇ ਧਨ ਦੇ ਅੰਬਾਰ, ਤੇਰਾ ਗਿਆਨ ਵੀ ਕਿਉਂ ਨਾ ਹੋਵੇ, ਕੱਲਾ ਕੇਵਲ ਗਿਆਨ ਵੀ ਤੈਨੂੰ ਪਾਰ ਨਹੀਂ ਉਤਾਰਾ ਕਰ ਸਕਦਾ। ਇਸ ਕਰਕੇ ਸਿਮਰਨ ਦਾ ਹੋਣਾ ਜ਼ਰੂਰੀ ਹੈ। ਸਿਮਰਨ ਪਰਮਾਤਮਾ ਦਾ ਚੇਤਾ ਹੋਣਾ ਬਹੁਤ ਜ਼ਰੂਰੀ ਹੈ। ਇਸੇ ਕਰਕੇ ਗੁਰੂ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਿਨ੍ਹਾਂ ਨੇ ਪਰਮਾਤਮਾ ਨੂੰ ਸਿਮਰਿਆ ਨਹੀਂ ਹੈ, ਜਿਨ੍ਹਾਂ ਨੇ ਪਰਮਾਤਮਾ ਨੂੰ ਭਜਿਆ ਨਹੀਂ ਹੈ, ਉਹ ਅੰਤ ਕੋ ਅੰਤ ਕੇ ਕਾਲ ਸਿਧਾਰੇ। ਉਹ ਇਸ ਸੰਸਾਰ ਤੋਂ ਕਾਲ ਵਸ ਹੋ ਗਏ, ਉਹਨਾਂ ਦਾ ਜੀਵਨ ਸਫਲ ਨਹੀਂ ਹੋਇਆ। ਚਾਹੇ ਉਹਨਾਂ ਕੋਲ ਜਿੰਨੀਆਂ ਮਰਜ਼ੀ ਜਾਇਦਾਦਾਂ ਹੋਵਣ, ਜਿੰਨੇ ਮਰਜ਼ੀ ਹਾਥੀ ਘੋੜੇ ਹੋਵਣ, ਜਿੰਨਾ ਮਰਜ਼ੀ ਉਹਨਾਂ ਦੇ ਕੋਲ ਧਨ ਅੰਬਾਰ ਹੋਵਣ, ਪਰ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਕਲਯੁਗ ਦੇ ਅੰਦਰ ਕੋਈ ਤਰਿਆ ਨਹੀਂ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ, ਭਾਈ ਸਿਮਰੋ ਸਿਮਰ ਸਿਮਰ ਸੁਖ ਪਾਵੋ। ਜੇ ਸੁਖ ਲੈਣਾ ਹੈ, ਕਲਯੁਗ ਦੇ ਅੰਦਰ ਕਲਿਆਣ ਪ੍ਰਾਪਤ ਕਰਨੀ ਹੈ, ਤੇ ਪਰਮਾਤਮਾ ਨੂੰ ਚੇਤਾ ਕਰਨਾ ਹੈ, ਸਵਾਸ ਸਵਾਸ ਜਪਣਾ ਹੈ। ਵਾਹਿਗੁਰੂ 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 ਸਤਿਗੁਰ ਕਹਿੰਦੇ, ਜਿਤੜੇ ਫਲ ਮਨ ਬਾਂਛੀਐ ਤਿਤੜੈ ਸਤਿਗੁਰ ਪਾਸ। ਜਿੰਨੇ ਵੀ ਫਲ ਲੈਣ ਵਾਸਤੇ ਕੋਈ ਪੁੱਤ ਮੰਗਦਾ ਹੈ, ਕੋਈ ਦੁੱਧ ਮੰਗਦਾ ਹੈ, ਕੋਈ ਧਨ ਮੰਗਦਾ ਹੈ, ਕੋਈ ਰੁਤਬਾ ਮੰਗਦਾ ਹੈ, ਕੋਈ ਜਾਇਦਾਦ ਮੰਗਦਾ ਹੈ, ਜੋ ਵੀ ਅਸੀਂ ਮੰਗਦੇ ਹਾਂ, ਉਹ ਸਾਰੇ ਫਲ ਪਰਮੇਸ਼ਰ ਦੇ ਕੋਲ ਹਨ, ਪਰਮੇਸ਼ਰ ਦੇ ਨਾਮ ਦੇ ਦੁਆਰਾ ਪ੍ਰਾਪਤ ਹੁੰਦੇ ਹਨ। ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਅੰਦਰ ਅਸੀਂ ਪੜ੍ਹਦੇ ਹਾਂ, ਵਿਦਿਆ, ਜਿਸ ਨੂੰ ਵਿਦਿਆ ਚਾਹੀਦੀ ਹੈ, ਜੋ ਚਾਹੁੰਦਾ ਹੈ ਮੈਂ ਗਿਆਨਵਾਨ ਹੋ ਜਾਵਾਂ, ਮੈਨੂੰ ਸੋਝੀ ਪ੍ਰਾਪਤ ਹੋਵੇ, ਉਹ ਨਾਮ ਸਿਮਰਨ ਕਰਿਆ ਕਰੋ ਭਾਈ। ਵਿਦਿਆ, ਤਪ, ਜੋਗ, ਪ੍ਰਭ ਧਿਆਨ, ਗਿਆਨ, ਸ੍ਰੇਸ਼ਟ ਉੱਤਮ ਇਸ਼ਨਾਨ, ਚਾਰ ਪਦਾਰਥ, ਕਮਲ ਪ੍ਰਗਾਸ, ਸਭ ਕੈ ਮਦ, ਸਗਲ ਤੇ ਉਦਾਸ, ਸੁੰਦਰ
ਚਤੁਰ ਤਤ ਕਾ ਬੇਤਾ ਸਮਦਰਸੀ ਏਕ ਦ੍ਰਿਸ਼ਟੇਤਾ ਇਹ ਫਲ ਤਿਸ ਜਨ ਕੈ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ। ਸਤਿਗੁਰ ਕਹਿੰਦੇ ਜਿੰਨੇ ਵੀ ਫਲ ਤੁਸੀਂ ਚਾਹੁੰਦੇ ਹੋ, ਜਿੰਨੀਆਂ ਵੀ ਇੱਛਾਵਾਂ ਹਨ, ਜੋ ਵੀ ਲੋੜਾਂ ਹਨ, ਸਭ ਪ੍ਰਮਾਤਮਾ ਨਾਮ ਦੇ ਦੁਆਰਾ ਪੂਰੀਆਂ ਕਰਦੇ ਹਨ, ਸਿਮਰਨ ਦੇ ਦੁਆਰਾ ਪੂਰੀਆਂ ਕਰਦੇ ਹਨ। ਸਿਮਰਨ ਵਾਲਿਆਂ ਦੇ ਬਚਨਾਂ ਦੇ ਵਿੱਚ ਬਰਕਤ ਹੋਇਆ ਕਰਦੀ ਹੈ, ਜਪਣ ਵਾਲਿਆਂ ਦੇ ਬਚਨਾਂ ਦੇ ਵਿੱਚ ਬਰਕਤ ਹੋਇਆ ਕਰਦੀ ਹੈ। ਜਿਨ੍ਹਾਂ ਨੇ ਪ੍ਰਮਾਤਮਾ ਨੂੰ ਸਿਮਰਿਆ ਹੈ, ਸਤਿਗੁਰ ਕਹਿੰਦੇ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਊਹਾਂ ਸੱਚ ਹੋਵੇ। ਪਰਮਾਤਮਾ ਨੂੰ ਸਿਮਰਨ ਵਾਲੇ, ਜਪਣ ਵਾਲੇ ਦਾਸ ਸੇਵਕ ਜਨ ਗੁਰਮੁਖ ਪਿਆਰੇ ਜੋ ਵੀ ਬਚਨ ਕਰ ਦੇਣ ਉਹ ਇੱਥੇ ਵੀ ਅਟਲ ਹੈ ਤੇ ਦਰਗਾਹ ਦੇ ਵਿੱਚ ਵੀ ਉਹਨੂੰ ਕੋਈ ਮੋੜ ਨਹੀਂ ਸਕਦਾ, ਉਹਨੂੰ ਕੋਈ ਬਦਲ ਨਹੀਂ ਸਕਦਾ। ਸੋ ਇਸ ਕਰਕੇ ਪਾਤਸ਼ਾਹ ਜੀ ਨੇ ਆਪਣੇ ਸੇਵਕ ਨੂੰ ਵਡਿਆਈ ਦਿੱਤੀ ਹੈ। ਸਤਿਗੁਰ ਦੀ ਬਾਣੀ ਦਾ ਫਰਮਾਨ ਹੈ, ਆਪਣੇ ਸੇਵਕ ਕੀ ਆਪੇ ਰਾਖੈ ਆਪੇ ਨਾਮ ਜਪਾਵੈ ਜਹ ਜਹ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉਠ ਧਾਵੈ। ਸੇਵਕ ਕਉ ਨਿਕਟੀ ਹੋਏ ਦਿਖਾਵੈ ਜੋ ਜੋ ਕਹਿ ਠਾਕੁਰ ਪਹਿ ਸੇਵਕ ਤਤਕਾਲ ਹੋਏ ਆਵੈ। ਜੇ ਅਸੀਂ ਚਾਹੁੰਦੇ ਹਾਂ ਪਰਮਾਤਮਾ ਸਾਡੀ ਗੱਲ ਮੰਨੇ, ਪਰਮਾਤਮਾ ਸਾਨੂੰ ਬਖਸ਼ਿਸ਼ਾਂ ਕਰੇ, ਸਾਡੀਆਂ ਇੱਛਾਵਾਂ ਪੂਰੀਆਂ ਹੋਵਣ, ਤੇ ਉਹਦੇ ਵਾਸਤੇ ਜੋ ਮਾਰਗ ਹੈ, ਜੋ ਰਸਤਾ ਹੈ, ਉਹ ਸਿਮਰਨ ਹੈ, ਜੋ ਅੱਜ ਦੇ ਪਾਵਨ ਉਪਦੇਸ਼ ਦੇ ਦੁਆਰਾ ਮਨੁੱਖਤਾ ਦੀ ਕਲਿਆਣ ਵਾਸਤੇ ਭਗਤ ਕਬੀਰ ਸਾਹਿਬ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ। ਭਗਤ ਕਬੀਰ ਸਾਹਿਬ ਕਹਿੰਦੇ ਪਰਮੇਸ਼ਵਰ ਦੇ ਨਾਮ ਤੋਂ ਬਿਨਾ ਜੋ ਕੁਝ ਵੀ ਹੈ ਉਹ ਕਿਸੇ ਅਰਥ ਨਹੀਂ ਹੈ, ਜੋ ਕੁਝ ਵੀ ਹੈ ਉਹ ਵਿਅਰਥ ਹੋਣ ਵਾਲਾ ਹੈ। ਇਸ ਕਰਕੇ ਬੂਢ ਤੇ ਅਧਿਕਾਈ ਜਿਨ੍ਹਾਂ ਦੇ ਕੋਲ ਅਤਿਸ਼ੈ ਕਰਕੇ ਹੋਰ ਸਭ ਕੁਝ ਹੋਵੇ ਪਰ ਨਾਮ ਨਾ ਹੋਵੇ, ਉਹ ਸੰਸਾਰ ਸਾਗਰ ਵਿੱਚ ਡੁੱਬ ਜਾਂਦੇ ਹਨ। ਰਹਾਉ ਬਣਤਾ ਸੁਤ ਦੇਹ ਗ੍ਰੇਹ ਸੰਪਤ ਸੁਖਦਾਈ। ਭਗਤ ਕਬੀਰ ਸਾਹਿਬ ਬਖਸ਼ਿਸ਼ ਕਰ ਰਹੇ ਹਨ। ਦੇਖੋ ਭਾਈ, ਬਣਤਾ ਤੋਂ ਭਾਵ ਹੈ ਇਸਤਰੀ, ਸੁੱਤ ਤੋਂ ਭਾਵ ਹੈ ਪੁੱਤਰ, ਦੇਹ ਤੋਂ ਭਾਵ ਹੈ ਨਿਜ ਸਰੀਰ, ਗ੍ਰਹਿ ਤੋਂ ਭਾਵ ਘਰ ਆਦਿਕ, ਸੰਪਤ ਜੋ ਵੀ ਧਨ ਦੌਲਤਾਂ ਹਨ, ਸੁਖਦਾਈ, ਇਹ ਸਾਰੀਆਂ ਸੁਖਦਾਇਕ ਮੰਨੀਆਂ ਹਨ। ਮਨੁੱਖ ਇਹਨਾਂ ਦੇ ਵਿੱਚ ਸੁਖ ਦੇਖਦਾ ਹੈ। ਬਣਤਾ ਦੇ ਵਿੱਚ ਇਸਤਰੀ ਪੁਰਸ਼ ਦੇ ਵਿੱਚ ਸੁਖ ਦੇਖਦੀ ਹੈ, ਪੁਰਸ਼ ਸੁਖ ਦੇ ਇਸਤਰੀ ਦੇ ਵਿੱਚ ਸੁਖ ਦੇਖਦਾ ਹੈ, ਪਰਿਵਾਰਕ ਸੁਖ ਦੇਖਦਾ ਹੈ। ਮਨੁੱਖ ਸੋਚਦਾ ਹੈ ਮੈਨੂੰ ਪਰਿਵਾਰ ਦੇ ਵਿੱਚੋਂ ਸੁਖ ਪ੍ਰਾਪਤ ਹੋਵੇਗਾ, ਪਰ ਜਿਨ੍ਹਾਂ ਪਰਿਵਾਰਾਂ ਦੇ ਵਿੱਚ ਪਰਮਾਤਮਾ ਦਾ ਸਿਮਰਨ ਨਹੀਂ ਹੈ, ਉਹਨਾਂ ਪਰਿਵਾਰਾਂ ਦੇ ਵਿੱਚ ਸੁਖ ਨਹੀਂ ਹੋ ਸਕਦਾ। ਧਿਆਨ ਦਿਓ, ਅੱਜ ਸਾਡੇ ਪਰਿਵਾਰਾਂ ਦੀ ਜੋ ਹਾਲਤ ਹੈ, ਮਾਤਾ ਪਿਤਾ ਬੱਚਿਆਂ ਨੂੰ ਤੋਂ ਸ਼ਿਕਾਇਤ ਕਰਦੇ ਹਨ ਵੀ ਬੱਚੇ ਸਾਡੇ ਕਹੇ ਦੇ ਵਿੱਚ ਨਹੀਂ ਹਨ, ਬੱਚੇ ਮਾਤਾ ਪਿਤਾ ਤੋਂ ਦੂਰ ਹੁੰਦੇ ਜਾ ਰਹੇ ਹਨ, ਆਪਸੀ ਪਿਆਰ ਸਲੂਕ ਇਤਫਾਕ ਘਟਦਾ ਜਾ ਰਿਹਾ ਹੈ, ਪਰਿਵਾਰਾਂ ਦੇ ਵਿੱਚ ਦਰਾਰ ਪੈਂਦੀ ਜਾ ਰਹੀ ਹੈ, ਦੂਰੀਆਂ ਵੱਧਦੀਆਂ ਜਾ ਰਹੀਆਂ ਹਨ। ਕਾਰਨ ਕੀ ਹੈ? ਸਿਮਰਨ ਨਹੀਂ ਹੈ, ਚੇਤਾ ਨਹੀਂ ਹੈ। ਕਿਉਂਕਿ ਜਿੰਨੇ ਵੀ ਸਾਡੇ ਰਿਸ਼ਤੇਦਾਰ ਸੱਜਣ ਮਿੱਤਰ ਮਾਤਾ ਪਿਤਾ ਭਾਈ ਭੈਣ ਇਸਤਰੀ ਪੁਰਸ਼ ਦਾ ਜੋ ਸੰਜੋਗ ਹੈ, ਇਹ ਪਰਮਾਤਮਾ ਦੀ ਕਿਰਪਾ ਦੇ ਨਾਲ ਬਖਸ਼ਿਸ਼ ਦੇ ਨਾਲ ਹੁੰਦਾ ਹੈ। ਪੁਰਬ ਜਨਮ ਕੇ ਮਿਲੇ ਸੰਜੋਗੀ ਅੰਤੈ ਕੋ ਨਾ ਸਹਾਈ। ਇਹ ਪੂਰਬਲੇ ਜਨਮਾਂ ਦਾ ਸੰਜੋਗ ਹੈ। ਅਗਰ ਭਗਤੀ ਭਾਵਨਾ ਵਾਲਾ ਬੱਚਾ ਹੈ, ਬੱਚੀ ਹੈ, ਤੇ ਉਹਦਾ ਸੰਜੋਗ ਵੀ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਉਹੋ ਜਿਹਾ ਹੀ ਬਣਦਾ ਹੈ। ਅਗਰ ਭਗਤੀ ਭਾਵਨਾ ਵਾਲੇ ਮਾਤਾ ਪਿਤਾ ਹਨ, ਸਿਮਰਨ ਵਾਲੇ ਮਾਤਾ ਪਿਤਾ ਦੰਪਤੀ ਹਨ, ਤੇ ਉਹਨਾਂ ਦੇ ਘਰੇ ਸੰਤਾਨ ਵੀ ਫਿਰ ਉਹੋ ਜਿਹੀ ਹੀ ਪ੍ਰਗਟ ਹੋਵੇਗੀ, ਸੰਜੋਗ ਉਹੋ ਜਿਹਾ ਹੀ ਬਣੇਗਾ। ਸੋ ਇਸ ਕਰਕੇ ਇਹ ਪਰਮੇਸ਼ਵਰ ਦਾ ਸੰਜੋਗ ਜੋ ਧੁਰ ਦਰਗਾਹੋਂ ਬਣਾਏ ਹੋਏ ਅਸੀਂ ਇੱਕ ਦੂਸਰੇ ਦੇ ਨਾਲ ਮਿਲਦੇ ਹਾਂ। ਸਤਿਗੁਰ ਕਹਿੰਦੇ, ਭਗਤ ਸਾਹਿਬਾਨ ਕਹਿੰਦੇ, ਦੇਖੋ ਇਹ ਸਾਰੇ ਸੁਖਦਾਈ ਮੰਨੇ ਹਨ। ਬਣਤਾ ਇਸਤਰੀ ਸੁੱਤ ਪੁੱਤਰ ਦੇਹ ਨਿਜ ਦੇਹੀ ਨੂੰ ਮਨੁੱਖ ਸੁਖ ਦਾ ਸਾਧਨ ਮੰਨਦਾ ਹੈ, ਪਰ ਜੇ ਮਨੁੱਖ ਦੇ ਕੋਲ ਸਿਮਰਨ ਨਹੀਂ ਹੈ ਤੇ ਇਹ ਦੇਹੀ ਵੀ ਦੁਖਦਾਈ ਹੋ ਜਾਂਦੀ ਹੈ। ਤੇ ਜੇ ਪਰਮੇਸ਼ਵਰ ਦਾ ਸਿਮਰਨ ਹਿਰਦੇ ਦੇ ਵਿੱਚ ਹੈ, ਫਿਰ ਜਿੱਡਾ ਮਰਜ਼ੀ ਦੁੱਖ ਹੋਵੇ ਮਨੁੱਖ ਪਰਵਾਹ ਨਹੀਂ ਕਰਦਾ, ਮਨੁੱਖ ਉਸ ਨੂੰ ਸਹਾਰ ਲੈਂਦਾ ਹੈ। ਪਰ ਸਤਿਗੁਰ ਇੱਥੇ ਬਖਸ਼ਿਸ਼ ਕਰਦੇ, ਸੰਪਤ ਸੁਖਦਾਈ, ਇਹ ਸਾਰੇ ਸੁਖਾਂ ਦੇ ਸਾਧਨ ਮੰਨੇ ਹਨ। ਇਨ ਮੈਂ ਕਛ ਨਾਹੇ ਤੇਰੋ ਕਾਲ ਅਬਦ ਆਈ। ਭਗਤ ਕਬੀਰ ਸਾਹਿਬ ਕਹਿੰਦੇ ਵੀ ਇਨ ਮੈਂ ਕਛ ਨਾਹੇ ਤੇਰੋ, ਇਹ ਜਿੰਨੇ ਵੀ ਤੇਰੇ ਸੁਖਾਂ ਦੇ ਸਾਧਨ ਤੂੰ ਮੰਨੇ ਹੋਏ ਹਨ,
ਇਹ ਅਸਲ ਵਿੱਚ ਤੇਰੇ ਨਹੀਂ ਹਨ, ਇਹ ਪ੍ਰਮਾਤਮਾ ਦੀ ਦਿੱਤੀ ਹੋਈ ਦਾਤ ਹੈ, ਬਖਸ਼ਿਸ਼ ਹੈ, ਕਿਰਪਾ ਹੈ ਕਿ ਚੰਗੀ ਇਸਤਰੀ ਦੀ ਪ੍ਰਾਪਤੀ ਹੋਣੀ, ਚੰਗਾ ਪਤੀ ਪ੍ਰਾਪਤ ਹੋ ਜਾਣਾ, ਚੰਗੇ ਸੰਤਾਨ ਪ੍ਰਾਪਤ ਹੋ ਜਾਣੀ, ਇਹ ਪਰਮੇਸ਼ਵਰ ਦੀ ਕਿਰਪਾ ਹੈ, ਉਹਦੀ ਕਿਰਪਾ ਦਾ ਸਦਕਾ ਹੈ। ਇਹ ਅਸੀਂ ਕੋਈ ਖਰੀਦ ਨਹੀਂ ਸਕਦੇ ਜਾਂ ਕਿਤੋਂ ਲਿਆ ਨਹੀਂ ਸਕਦੇ। ਦਾਵਾ ਨਹੀਂ ਹੈ ਵੀ ਸਾਡੇ ਵਸ ਵਿੱਚ ਹੈ ਇਹ ਸਭ। ਭਗਤ ਕਬੀਰ ਸਾਹਿਬ ਕਹਿੰਦੇ ਸੁੱਤ, ਪੁੱਤਰ, ਧੀਆਂ, ਸੰਤਾਨ ਇਹ ਸਭ ਤੇਰਾ ਨਹੀਂ ਹੈ, ਇਹ ਸੰਜੋਗ ਹਨ ਪੁਰਬਲੇ। ਇਹ ਪਰਮੇਸ਼ਵਰ ਨੇ ਤੈਨੂੰ ਸੰਜੋਗ ਦੇ ਦੁਆਰਾ ਇਹ ਸਭ ਕੁਝ ਬਖਸ਼ਿਆ ਹੋਇਆ ਹੈ। ਦੇਹੀ ਜਿਹੜੀ ਤੈਨੂੰ ਮਿਲੀ ਹੈ ਇਹ ਵੀ ਦਾਤ ਹੈ। ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸਭ ਦਾ ਮਾਲਕ ਪਰਮੇਸ਼ਵਰ ਹੈ। ਸੁਖਦਾਈ, ਇਹ ਸੁਖਦਾਈ ਤਾਂ ਹੀ ਹਨ ਜੇ ਪ੍ਰਮਾਤਮਾ ਦਾ ਸਿਮਰਨ ਹੈ। ਭਗਤ ਸਾਹਿਬਾਨ ਕਹਿੰਦੇ ਇਨ ਮੈਂ ਕਛ ਨਾਹੇ ਤੇਰੋ, ਕਾਲ ਅਵਧ ਆਈ। ਅਵਧ ਦਾ ਅਰਥ ਹੈ ਉਹ ਮੌਕਾ, ਉਹ ਅਵਸਰ। ਆਈ ਤੋਂ ਭਾਵ ਹੈ ਆ ਰਿਹਾ ਹੈ, ਨੇੜੇ ਆ ਰਿਹਾ ਹੈ। ਦਿਨ ਤੇ ਪਹਿਰ, ਪਹਿਰ ਤੇ ਘਰੀਆਂ, ਆਵ ਘਟੈ ਤਨ ਛੀਜੈ, ਕਾਲ ਅਹੇਰੀ ਫਿਰੈ ਬਦਕ ਜਿਉ, ਕਹੋ ਕਵਨ ਬਿਦ ਕੀਜੈ, ਸੋ ਦਿਨ ਆਵਨ ਲਾਗਾ। ਸੋ ਦਿਨ, ਉਹ ਜਿਹੜਾ ਦਿਨ ਲਿਖਾ ਕੇ ਆਏ ਹੋਏ ਹਾਂ ਅਸੀਂ ਸਾਰੇ, ਆਪਣੇ ਵਾਪਸੀ ਦਾ ਸਮਾਂ ਲਿਖਵਾ ਕੇ ਆਏ ਹੋਏ ਹਾਂ। ਮਰਨ ਲਿਖਾਏ ਮੰਡਲ ਮਹਿ ਆਏ। ਇਸ ਮੰਡਲ ਦੇ ਵਿੱਚ, ਇਸ ਸੰਸਾਰ ਦੇ ਵਿੱਚ ਆਉਣ ਤੋਂ ਪਹਿਲਾਂ ਹੀ ਸਾਡੇ ਵਾਪਸੀ ਦਾ ਸਮਾਂ ਨੀਯਤ ਹੋ ਗਿਆ ਹੈ। ਸੰਬਤ ਸਾਹਾ ਲਿਖਿਆ, ਲਿਖਿਆ ਹੋਇਆ ਹੈ ਉਹ ਸਾਹਾ, ਉਹ ਸਮਾਂ। ਮਿਲ ਕਰ ਪਾਵਹੁ ਤੇਲ, ਦੇਹੋ ਸੱਜਣ ਅਸੀਸੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਇਸ ਗੱਲ ਦਾ ਯਤਨ ਕਰਨਾ ਹੈ। ਸਤ ਸੰਗਤ ਵਿੱਚ ਬੈਠ ਕਰਕੇ, ਗੁਰੂ ਦੇ ਪਾਸ ਬੈਠ ਕਰਕੇ ਅਸੀਂ ਇਸ ਗੱਲ ਦਾ ਯਤਨ ਕਰਨਾ ਹੈ ਕਿ ਜਿਨ੍ਹਾਂ ਨੂੰ ਅਸੀਂ ਸੁੱਖ ਦੇ ਸਾਧਨ ਮੰਨਿਆ ਹੋਇਆ ਹੈ ਉਹਨਾਂ ਦੇ ਵਿੱਚ ਕੋਈ ਵੀ ਸਾਡਾ ਨਹੀਂ ਹੈ, ਉਹਦੇ ਵਿੱਚ ਕੋਈ ਵੀ ਸਾਡਾ ਆਪਣਾ ਨਹੀਂ ਹੈ। ਕਿਤੇ ਐਸਾ ਨਾ ਹੋਵੇ ਕਿ ਇਹਨਾਂ ਸੁੱਖਾਂ ਦੇ ਸਾਧਨਾਂ ਦੇ ਵਿੱਚ ਹੀ ਅਸੀਂ ਭੁੱਲੇ ਫਿਰੀਏ ਤੇ ਉਹ ਵੇਲਾ ਆ ਜਾਵੇ, ਉਹ ਸਮਾਂ ਆ ਜਾਏ ਜਦੋਂ ਵਾਪਸ ਜਾਣਾ ਹੈ ਤੇ ਉਸ ਸਮੇਂ ਫਿਰ ਸਾਡੇ ਕੋਲ ਪਰਮਾਤਮਾ ਦਾ ਨਾਮ ਨਾ ਹੋਵੇ। ਫਿਰ ਸਤਿਗੁਰ ਕਹਿੰਦੇ ਜਿਹ ਮਾਰਗ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਊਹਾਂ ਸੰਗ ਤੋਸਾ, ਜਹ ਪੈਂਡੇ ਮਹਾ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ। ਪਰਮੇਸ਼ਵਰ ਦੇ ਨਾਮ ਨੇ ਹੀ ਉੱਥੇ ਮਦਦਗਾਰ ਹੋਣਾ ਹੈ। ਪਰਮੇਸ਼ਵਰ ਦੇ ਨਾਮ ਦੀ ਬਰਕਤ ਦੇ ਨਾਲ ਹੀ ਅੱਗੇ ਸੁੱਖ ਮਿਲਣਾ ਹੈ। ਕਾਲ ਅਵਧ ਆਈ, ਤੇਰਾ ਕਾਲ, ਤੇਰਾ ਉਹ ਸਮਾਂ, ਉਹਦਾ ਜੋ ਲਿਖਿਆ ਹੋਇਆ, ਨੀਅਤ ਕੀਤੀ ਹੋਈ ਅਵਧੀ ਹੈ, ਸਮਾਂ ਹੈ, ਆਈ ਉਹ ਆ ਰਿਹਾ ਹੈ, ਉਹ ਨੇੜੇ ਆ ਰਿਹਾ ਹੈ ਭਾਈ। ਸਵਾਸ ਸਵਾਸ ਸਾਡਾ ਨਿਕਲਦਾ ਜਾ ਰਿਹਾ ਹੈ, ਘਟਦਾ ਜਾ ਰਿਹਾ ਹੈ। ਭਗਤ ਸਾਹਿਬਾਨ ਜੀ ਦੇ ਬਚਨ ਹਨ ਨਾ, ਜਨਨੀ ਜਾਨਤ ਸੁਤ ਵੱਡਾ ਹੋਤ ਹੈ, ਇਤਨਾ ਕ ਨਾ ਜਾਣੈ ਕਿ ਦਿਨ ਦਿਨ ਔਦ ਘਟਤ ਹੈ। ਅਸੀਂ ਸੋਚਦੇ ਹਾਂ ਉਮਰ ਵੱਧ ਰਹੀ ਹੈ, ਬੱਚਾ ਵੱਡਾ ਹੋ ਰਿਹਾ ਹੈ, ਮੈਂ ਵੱਡਾ ਹੋ ਰਿਹਾ ਹਾਂ। ਅਸੀਂ ਲਿਖਦੇ ਹਾਂ ਵੀ ਇਸ ਵਾਰ ਅਸੀਂ 40 ਦੇ ਹੋ ਗਏ, ਫਿਰ 41 ਦੇ ਹੋ ਗਏ, ਫਿਰ 42 ਦੇ ਵੀ ਵੱਡੇ ਹੋ ਰਹੇ ਹਾਂ, ਲੇਕਿਨ ਔਦ ਘਟ ਰਹੀ ਹੈ। ਦਿਨ ਤੇ ਪਹਿਰ, ਪਹਿਰ ਤੇ ਘਰੀਆਂ, ਆਵ ਘਟੈ। ਜਿਸ ਮਨੁੱਖ ਦਾ ਧਿਆਨ ਇਸ ਪਾਸੇ ਵੱਲ ਹੋ ਗਿਆ ਨਾ ਵੀ ਘਟ ਰਹੀ ਹੈ, ਉਹਦਾ ਧਿਆਨ ਸੁਤੇ ਹੀ ਫਿਰ ਪਰਮੇਸ਼ਵਰ ਦੇ ਵੱਲ ਵੀ ਹੋ ਜਾਏਗਾ। ਜਿਹੜਾ ਸੋਚਦਾ ਹੈ ਵੱਧ ਰਹੀ ਹੈ, ਉਹ ਫਿਰ ਪਰਮੇਸ਼ਵਰ ਤੋਂ ਟੁੱਟਿਆ ਹੀ ਰਹਿੰਦਾ ਹੈ। ਅਸੀਂ ਇਹ ਦੇਖਣਾ ਹੈ ਵੀ ਇੱਕ ਇੱਕ ਸਵਾਸ ਸਾਡਾ ਘਟ ਰਿਹਾ ਹੈ। ਯਣ ਘਾਲੇ ਸਭ ਦਿਵਸ ਸਾਸ, ਇਹ ਸਵਾਸ ਤੇ ਦਿਹਾੜੇ ਪਰਮਾਤਮਾ ਨੇ ਗਿਣ ਕੇ ਦਿੱਤੇ ਹੋਏ ਹਨ, ਲੇਖਾ ਲਿਖਿਆ ਹੋਇਆ ਹੈ। ਸਭਨਾ ਲਿਖਿਆ ਵੁੜੀ ਕਲਾਮ, ਸਾਰਿਆਂ ਦੇ ਮਸਤਕ ਦੇ ਉੱਤੇ ਉਹਨਾਂ ਦੇ ਦਿਨ ਪਹਿਰ ਘੜੀਆਂ ਸਭ ਕੁਝ ਨੀਅਤ ਹੈ, ਸਭ ਪਰਮਾਤਮਾ ਦੇ ਵੱਲੋਂ ਪਹਿਲਾਂ ਹੀ ਨੀਅਤ ਕੀਤਾ ਹੋਇਆ ਹੈ। ਇਸ ਕਰਕੇ ਭਗਤ ਸਾਹਿਬਾਨ ਕਹਿੰਦੇ ਇਨ ਮੈਂ ਕਛ ਨਾਹੇ ਤੇਰੋ, ਇਹ ਗੱਲ ਧਿਆਨ ਵਿੱਚ ਰੱਖ। ਇਸੇ ਕਰਕੇ ਭਗਤ ਸਾਹਿਬਾਨ ਨੇ ਕਿਹਾ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲੱਗੈ ਮੇਰਾ। ਪਰਮਾਤਮਾ ਮੇਰਾ, ਮੇਰੇ ਕੋਲ ਕੁਛ ਵੀ ਨਹੀਂ ਹੈ। ਅਸੀਂ ਦੇਖੋ ਆਪਣੇ ਮਨ ਦੀ ਅਵਸਥਾ, ਆਪਣੇ ਮਨ ਅੰਦਰ ਅਸੀਂ ਝਾਤ ਮਾਰੀਏ ਤੇ ਸਾਡੇ ਮਨ ਦੀ ਅਵਸਥਾ ਕੈਸੀ ਹੈ। ਸਾਡਾ ਮਨ ਮੰਨਦਾ ਹੈ ਕਿ ਪਰਿਵਾਰ ਮੇਰਾ ਹੈ, ਧਨ ਮੇਰਾ ਹੈ, ਜਾਇਦਾਦਾਂ ਮੇਰੀਆਂ ਹਨ, ਕਾਰੋਬਾਰ ਮੇਰਾ ਹੈ, ਰੁਤਬੇ ਮੇਰੇ ਹਨ। ਅਸੀਂ ਮੈਂ ਮੇਰੀ ਦੇ ਵਿੱਚ ਫਸੇ ਹੋਏ ਹਾਂ, ਅਸੀਂ ਮੈਂ ਦੇ ਵਿੱਚ ਫਸੇ ਹੋਏ ਹਾਂ।
ਭਗਤ ਰਵਿਦਾਸ ਜੀ ਕਹਿੰਦੇ ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਮੈਂ ਕੱਢ ਦਈਏ ਹਿਰਦੇ ਦੇ ਵਿੱਚੋਂ, ਮੈਂ ਦਾ ਤਿਆਗ ਕਰਨਾ ਹੈ। ਇਸ ਕਰਕੇ ਭਗਤ ਸਾਹਿਬਾਨ ਨੇ ਸਾਨੂੰ ਇਹ ਸੋਝੀ ਬਖਸ਼ੀ ਹੈ ਕਿ ਨਾ ਬਨਤਾ, ਨਾ ਸੁੱਤ, ਨਾ ਰੁਤਬਾ, ਨਾ ਸੰਪਤ, ਨਾ ਦੇਹੀ, ਨਾ ਘਰ-ਬਾਰ, ਇਹਨਾਂ ਵਿੱਚ ਕੋਈ ਵੀ ਤੇਰਾ ਨਹੀਂ ਹੈ। ਇਹ ਕੋਈ ਵੀ ਤੂੰ ਆਪਣੇ ਆਪ ਅਰਜਿਤ ਨਹੀਂ ਕੀਤਾ, ਆਪ ਨਹੀਂ ਬਣਾ ਸਕਦਾ, ਆਪ ਨਹੀਂ ਲੈ ਸਕਦਾ। ਇਹ ਦਾਤ ਹੈ। ਦੇਂਦਾ ਦੇ, ਲੈਂਦੇ ਥਕ ਪਾਹੇ, ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਦੇਂਦੇ ਟੋਟ ਨਾ ਆਵਈ, ਅਗਣਤ ਭਰੇ ਭੰਡਾਰ। ਮਨ ਦੀ ਦਸ਼ਾ ਨੂੰ ਬਦਲਣਾ ਹੈ, ਮੈਂ ਤੋਂ ਬਦਲ ਕਰਕੇ ਤੂੰ ਵੱਲ ਲੈ ਕੇ ਆਉਣਾ ਹੈ। ਜਿਵੇਂ ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਸਤਿਗੁਰੂ ਪਾਤਸ਼ਾਹ ਕਹਿੰਦੇ ਤੂੰ ਹੀ, ਤੂੰ ਹੀ, ਤੂੰ ਹੀ, ਤੂੰ ਹੀ, ਕਿ ਪਰਮੇਸ਼ਰ ਤੂੰ ਹੀ ਹੈ ਤੂੰ ਹੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਪਿੱਛੇ ਅਸੀਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮਨਾ ਕੇ ਹਟੇ ਹਾਂ। ਜਦੋਂ ਚਮਕੌਰ ਦੀ ਗੜੀ ਵਿੱਚ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਆਏ ਤੇ ਜੋਗੀ ਅੱਲਾ ਯਾਰ ਖਾਂ ਜੀ ਉੱਥੇ ਇੱਕ ਜਗ੍ਹਾ ਤੇ ਲਿਖਦੇ ਹਨ ਕਿ ਜਦੋਂ ਸਿੰਘਾਂ ਨੇ ਉਤਾਰੇ ਕੀਤੇ ਚਮਕੌਰ ਦੀ ਕੱਚੀ ਗੜੀ ਦੇ ਅੰਦਰ, ਕੁਛ ਲੇਟ ਗਏ ਖਾਕ ਪੇ ਜਿਮੀ ਪੋਸ਼ ਵਿਛਾ ਕਰ, ਪਹਿਰਾ ਲਗੇ ਦੇਨੇ ਕੁਛ तलवार उठाकर, सतगुर भी शबबाश हुए खेमे में जाकर, देखा तो बैठे हैं नजरों को झुकाकर, है वाहे गुरु मुख से निकलता, है तू ही है तू ही मुख से निकलता। गुरु गोबिंद सिंह महाराज सच्चे पातशाह दशमेश पिता कलगीधर पातशाह जिन्हां दा प्रकाश दिहाड़ा आउण वाले 9 जनवरी ਨੂੰ ਸਮੂਹ ਸਿੱਖ ਜਗਤ ਸਮੂਹ ਮਨੁੱਖਤਾ ਬੜੀ ਹੀ ਸ਼ਰਧਾ ਤੇ ਅਕੀਦੇ ਦੇ ਨਾਲ ਮਨਾਉਣ ਜਾ ਰਹੇ ਹਾਂ। ਉਹ ਸਤਿਗੁਰ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਹੇਮਕੁੰਡ ਤੋਂ ਜਦੋਂ ਮਾਤ ਲੋਕ ਦਾ ਸਫ਼ਰ ਸ਼ੁਰੂ ਕੀਤਾ ਤੇ ਪਾਤਸ਼ਾਹ ਕਹਿੰਦੇ ਚਿਤ ਨਾ ਭਇਓ ਹਮਰੋ ਆਵਨ ਕਹਿ, ਚੁਬੀ ਰਹੀ ਸ਼ਰੁਤ ਪ੍ਰਭ ਚਰਨਨ ਮਹਿ। ਪਰਮਾਤਮਾ ਦੇ ਚਰਨਾਂ ਵਿੱਚ ਲੱਗੀ ਹੋਈ ਲਿਵ, ਚਾਹੇ ਚਮਕੌਰ ਦੀ ਗੜੀ ਹੈ, ਚਾਹੇ ਮਾਛੀਵਾੜੇ ਦੇ ਜੰਗਲ ਹਨ, ਸਤਿਗੁਰ ਨੇ ਇੱਕ ਖਿਣ ਦੇ ਵਾਸਤੇ ਵੀ ਪਰਮੇਸ਼ਰ ਨੂੰ ਆਪਣੇ ਹਿਰਦੇ ਚੋਂ ਵਿਸਾਰਿਆ ਨਹੀਂ ਹੈ। ਪਾਤਸ਼ਾਹ ਕਹਿੰਦੇ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਝ ਬਿਨ ਰੋਗ ਰਜਾਈਆਂ ਦਾ ਓਢਣ, ਨਾਗ ਨਿਵਾਸਾਂ ਦੇ ਸਹਿਣਾ। ਸੋ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਤਾਰ ਪਿਤਾ ਜਿਨ੍ਹਾਂ ਦਾ ਪ੍ਰਕਾਸ਼ ਦਿਹਾੜਾ ਅਸੀਂ ਆਉਣ ਵਾਲੇ 9 ਜਨਵਰੀ ਨੂੰ ਸ਼ਰਧਾ ਅਕੀਦੇ ਦੇ ਨਾਲ ਮਨਾਉਣਾ ਹੈ। ਇੱਕ ਖਿਣ ਦੇ ਵਾਸਤੇ ਵੀ ਪਰਮਾਤਮਾ ਦੇ ਨਾਮ ਤੋਂ ਵੱਖ ਨਹੀਂ ਕੀਤਾ, ਇੱਕ ਖਿਣ ਦੇ ਵਾਸਤੇ ਵੀ ਪਰਮੇਸ਼ਰ ਨੂੰ ਵਿਸਾਰਿਆ ਨਹੀਂ ਹੈ। ਚਾਹੇ ਜਿੰਨਾ ਮਰਜੀ ਸਤਿਗੁਰ ਨੇ ਜ਼ੁਲਮ ਆਪਣੇ ਪਿੰਡੇ ਤੇ ਸਹਾਰਿਆ, ਜ਼ੁਲਮ ਦਾ ਮੁਕਾਬਲਾ ਸਤਿਗੁਰ ਸਾਰੀ ਜ਼ਿੰਦਗੀ ਕੀਤਾ, ਲੇਕਿਨ ਪਰਮੇਸ਼ਰ ਨੂੰ ਹਿਰਦੇ ਵਿੱਚ ਵਸਾ ਕੇ ਰੱਖਿਆ ਹੈ। ਸਾਡੇ ਵਾਸਤੇ ਪੂਰਨੇ ਪਾਏ ਕਿ ਜ਼ਿੰਦਗੀ ਦੇ ਕੋਈ ਵੀ ਹਾਲਾਤ ਹੋਣ, ਜਿਵੇਂ ਬਾਣੀ ਦਾ ਫਰਮਾਨ ਹੈ, ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਜਾਂ ਕੋ ਮੁਸ਼ਕਲ ਅੱਤ ਬਣੇ ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਕ ਪੇ ਭੱਜ ਖਲੇ, ਸਭੋ ਭੱਜੇ ਆਸਰਾ ਚੁਕੇ ਸਭ ਅਸਰਾਓ, ਚਿਤ ਆਵੈ ਉਸ ਪਾਰ ਬ੍ਰਹਮ ਲੱਗੇ ਨਾ ਤਤੀ ਵਾਓ। ਜੇ ਪਰਮਾਤਮਾ ਹਿਰਦੇ ਵਿੱਚ ਹੈ, ਜਿੱਡੀਆਂ ਮਰਜ਼ੀ ਮੁਸ਼ਕਲਾਂ ਆ ਜਾਣ ਤੇ ਉਹਨਾਂ ਮੁਸ਼ਕਲਾਂ ਦੇ ਨਾਲ ਜੂਝਣ ਦਾ, ਲੜਨ ਦਾ, ਉਹਨਾਂ ਦਾ ਸਾਹਮਣਾ ਕਰਨ ਦਾ ਬਲ ਵੀ ਸਾਨੂੰ ਪਰਮਾਤਮਾ ਬਖਸ਼ਦਾ ਹੈ। ਦੇਖੋ ਸਾਡੇ ਜੀਵਨ ਦੇ ਦੁੱਖ ਤੇ ਸੁੱਖ ਸਾਡੇ ਆਪਣੇ ਕੀਤੇ ਹੋਏ ਕਰਮਾਂ ਦਾ ਫਲ ਹੋਇਆ ਕਰਦੇ ਹਨ। ਅਸੀਂ ਪਰਮਾਤਮਾ ਤੋਂ ਇਹ ਮੰਗਣਾ ਹੈ ਕਿ ਪਰਮਾਤਮਾ ਜੋ ਦੁੱਖ ਹੈ ਮੇਰੇ ਕੀਤੇ ਹੋਏ ਕਰਮਾਂ ਦਾ ਫਲ ਹੈ, ਮੈਨੂੰ ਇਸ ਦੁੱਖ ਨੂੰ ਸਹਾਰਨ ਦਾ ਬਲ ਬਖਸ਼ਿਸ਼ ਕਰ। ਕਿਉਂਕਿ ਜਦੋਂ ਸੁੱਖ ਭੋਗਦੇ ਹਾਂ ਉਦੋਂ ਸਾਡੇ ਪੁੰਨ ਕਰਮ ਖਤਮ ਹੁੰਦੇ ਹਨ, ਤੇ ਜਦੋਂ ਅਸੀਂ ਦੁੱਖ ਭੋਗਦੇ ਹਾਂ ਉਦੋਂ ਸਾਡੇ ਪਾਪ ਕਰਮ, ਮਾੜੇ ਕਰਮ ਜਿਹੜੇ ਹਨ ਉਹ ਖਤਮ ਹੁੰਦੇ ਹਨ। ਇਸ ਕਰਕੇ ਸਤਿਗੁਰ ਨੇ ਬਾਣੀ ਅੰਦਰ ਕਿਹਾ, ਦੁੱਖ ਦਾਰੂ ਸੁਖ ਰੋਗ ਭਇਆ, ਜਾਂ ਸੁਖ ਤਾਮ ਨਾ ਹੋਈ, ਤੂੰ ਕਰਤਾ ਕਰਨਾ ਮੈਂ ਨਾਹੀ, ਜਾਹੋਂ ਕਰੀ ਨਾ ਹੋਈ। ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ, ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰ ਪਾਸ, ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ, ਕਰ ਦਇਆ ਨਾਮ ਪ੍ਰਗਾਸ। ਨਾਮ ਦਾ ਪ੍ਰਕਾਸ਼ ਮੰਗਿਆ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ। ਭਗਤ ਸਾਹਿਬਾਨ ਕਹਿੰਦੇ, ਇਨ ਮੈਂ ਕਛ ਨਾ ਹੈ ਤੇਰੋ,
ਇਹਨਾਂ ਸਾਰਿਆਂ ਜੀਆਂ ਦੇ ਵਿੱਚ, ਪਦਾਰਥਾਂ ਦੇ ਵਿੱਚ ਤੇਰਾ ਕੁਛ ਨਹੀਂ ਹੈ। ਮੌਤ ਦਾ ਵੇਲਾ ਤੇਰੇ ਨਿਕਟ ਆ ਰਿਹਾ ਹੈ। ਇਸ ਤੋਂ ਪਹਿਲਾਂ ਕਿ ਵਾਰੀ ਖਤਮ ਹੋ ਜਾਏ, ਸਮਾਂ ਮੁੱਕ ਜਾਏ, ਪਰਮਾਤਮਾ ਦਾ ਸਿਮਰਨ ਕਰ। ਅਜਾਮਲ ਗਜ ਗਨਕਾ ਪਤਿਤ ਕਰਮ ਕੀਨੇ। ਭਗਤ ਸਹਿਬਾਨ ਬਖਸ਼ਿਸ਼ ਕਰ ਰਹੇ ਹਨ। ਦੇਖੋ, ਇਤਿਹਾਸ ਦੇ ਵਿੱਚ ਭੂਤਕਾਲ ਗੁਜ਼ਰੇ ਹੋਏ ਸਮੇਂ ਦੇ ਦੌਰਾਨ ਕੁਝ ਐਸੇ ਵੀ ਮਨੁੱਖ ਹੋਏ ਹਨ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਮਾੜੇ ਕਰਮ ਕੀਤੇ, ਮੰਦੇ ਕਰਮ ਕੀਤੇ। ਪਰਮਾਤਮਾ ਦਾ ਨਾਮ ਕਿੱਡਾ ਤਾਕਤਵਰ ਹੈ, ਕਿੱਡਾ ਸ਼ਕਤੀਸ਼ਾਲੀ ਹੈ। ਪਰਮਾਤਮਾ ਆਪਣੇ ਨਾਮ ਦੇ ਵਿੱਚ ਕਿੰਨੀਆਂ ਬਖਸ਼ਿਸ਼ਾਂ ਰੱਖਦਾ ਹੈ, ਇੱਥੇ ਉਹਨਾਂ ਦਾ ਜ਼ਿਕਰ ਕੀਤਾ ਹੈ। ਅਜਾਮਲ ਇੱਕ ਵਿਦਵਾਨ ਪੁਰਸ਼ ਹੋਇਆ ਹੈ। ਵਿਦਵਾਨ ਪੁਰਸ਼ ਦਾ ਬੇਟਾ ਸੀ, ਰਾਜ ਪ੍ਰੋਹਿਤ ਦਾ, ਜੋ ਉਹਦਾ ਰਾਜ ਪ੍ਰੋਹਿਤ ਪਿਤਾ ਰਾਜ ਪ੍ਰੋਹਿਤ ਸੀ। ਘਰ ਦੇ ਵਿੱਚ ਸਾਰੇ ਸੁੱਖ ਸੀ। ਵਿੱਦਿਆ ਪੜ੍ਹਨ ਵਾਸਤੇ ਜਦੋਂ ਜਾਂਦਾ ਤੇ ਰਸਤੇ ਦੇ ਵਿੱਚ ਆਉਂਦਿਆਂ ਹੋਇਆਂ ਉਸ ਨੂੰ ਵਿਭ ਵਿਚਾਰ ਲੱਗ ਗਈ, ਜੀਵਨ ਕੁਰਾਹੇ ਪੈ ਗਿਆ। ਇਸੇ ਤਰ੍ਹਾਂ ਗਨਕਾ ਇੱਕ ਇਸਤਰੀ ਜਿਹੜੇ ਆਪਣੇ ਪਤੀਵਰਤਾ ਧਰਮ ਤੋਂ ਥਿੜਕ ਗਈ, ਉਹਨਾਂ ਦਾ ਜ਼ਿਕਰ ਕਰਦੇ ਹੋਏ ਭਗਤ ਸਹਿਬਾਨ ਕਹਿ ਰਹੇ ਹਨ ਕਿ ਅਜਾਮਲ ਗਜ ਹਾਥੀ ਦੀ ਜੋਨ ਵਿੱਚ ਪਿਆ ਹੋਇਆ ਜੋ ਗੰਧਰਵ ਦਾ ਪੁੱਤਰ ਹੈ, ਆਪਸ ਦੇ ਵਿੱਚ ਜਿਆਂ ਦਾਦ ਕਰਕੇ ਲੜ ਪਏ ਤੇ ਮੌਤ ਤੋਂ ਬਾਅਦ ਦੋਹਾਂ ਨੂੰ, ਇੱਕ ਨੂੰ ਹਾਥੀ ਦਾ ਤੇ ਦੂਸਰੇ ਨੂੰ ਤੇਂਦੂਏ ਦਾ ਜਨਮ ਪ੍ਰਾਪਤ ਹੋਇਆ ਹੈ। ਕਰਮ ਜੋ ਗਤੀ ਹੈ ਉਹ ਮਿਟਦੀ ਨਹੀਂ ਹੈ, ਕਰਮ ਭੋਗਣਾ ਹੀ ਪੈਂਦਾ ਹੈ। ਇਸ ਕਰਕੇ ਇਹਨਾਂ ਦਾ ਜ਼ਿਕਰ ਕਰਦੇ ਹੋਏ ਭਗਤ ਸਹਿਬਾਨ ਕਹਿੰਦੇ ਅਜਾਮਲ ਗਜ ਗਨਕਾ ਪਤਿਤ ਕਰਮ ਕੀਨੇ। ਦੇਖੋ, ਇਹਨਾਂ ਨੇ ਕਿੰਨੇ ਪਤਿਤ ਕਰਮ ਕੀਤੇ, ਮਾੜੇ ਕਰਮ ਕੀਤੇ। ਅਜਾਮਲ ਨੇ ਵੀ ਮਾੜੇ ਕਰਮ ਕੀਤੇ, ਸਾਰੀ ਜ਼ਿੰਦਗੀ ਵਿਭਚਾਰ ਕਰਦਾ ਰਿਹਾ। ਨਾਰਾਇਣ ਪੁੱਤਰ ਕਹਿ ਕੇ ਆਵਾਜ਼ ਮਾਰੀ ਤੇ ਇਸੇ ਦੇ ਨਾਲ ਹੀ ਉਧਾਰ ਹੋ ਗਈ, ਕਲਿਆਣ ਹੋ ਗਈ। ਇਸੇ ਤਰ੍ਹਾਂ ਗਨਕਾ ਦੀ ਕਲਿਆਣ ਹੋਈ ਹੈ। ਗਨਕਾ ਪਾਪਣ ਹੋਏ ਕੈ ਪਾਪਾਂ ਦਾ ਗਲਹਾਰ ਪਰੋਤਾ। ਮਹਾਂਪੁਰਖ ਚਾਣ ਚੱਕ ਗਨਕਾ ਵਾੜੇ ਆਏ ਖਲੋਤਾ। ਦੁਰਮਤ ਦੇਖ ਦਿਆਲ ਹੋਏ ਹੱਥੋਂ ਉਸ ਨੂੰ ਦਿੱਤੋਸ ਤੋਤਾ। ਤੇ ਇੱਕ ਤੋਤਾ ਦਿੱਤਾ ਕਿ ਲੈ ਬੀਬਾ, ਇਸ ਤੋਤੇ ਨੂੰ ਰਾਮ ਨਾਮ ਸਿਖਾਇਆ ਕਰ। ਤੇ ਤੋਤੇ ਨੂੰ ਰਾਮ ਰਾਮ ਸਿਖਾਉਂਦੀ ਆਪਣੀ ਲਿਵ ਉਸ ਇਸਤਰੀ ਦੀ ਪਰਮੇਸ਼ਵਰ ਦੇ ਨਾਲ ਲੱਗ ਗਈ ਤੇ ਉਹਦੀ ਵੀ ਕਲਿਆਣ ਹੋਈ ਹੈ। ਸੋ ਇੱਥੇ ਭਗਤ ਸਾਹਿਬਾਨ ਨੇ ਉਹਨਾਂ ਦਾ ਜ਼ਿਕਰ ਕੀਤਾ ਕਿ ਉਹ ਜੀਵਨ ਵਾਲੇ ਜਿਹੜੇ ਕੁਰਾਹੇ ਪੈ ਗਏ, ਲੇਕਿਨ ਪਰਮਾਤਮਾ ਦੇ ਨਾਮ ਨੇ ਉਹਨਾਂ ਦੀ ਵੀ ਕਲਿਆਣ ਕੀਤੀ ਹੈ। ਤੇਉ ਉਤਰ ਪਾਰ ਭਰੇ RAM ਨਾਮ ਲੀਨੇ। ਤੇਉ ਉਤਰ ਪਾਰ ਭਰੇ। ਦੇਖੋ, ਉਹ ਫੇਰ ਵੀ ਪਾਰ ਉਤਰ ਗਏ, ਫੇਰ ਵੀ ਉਹਨਾਂ ਦਾ ਜੀਵਨ ਸਫਲਾ ਹੋ ਗਿਆ। ਗੁਰਬਾਣੀ ਦੇ ਵਿੱਚ ਉਹਨਾਂ ਦਾ ਜ਼ਿਕਰ ਆ ਗਿਆ, ਸਫਲ ਹੋ ਗਿਆ ਜੀਵਨ, ਉਹਨਾਂ ਦੀ ਯਾਤਰਾ ਸਫਲ ਹੋ ਗਈ ਸੰਸਾਰਕ। ਕਿਉਂ? ਕਿਉਂਕਿ RAM ਨਾਮ ਲੀਨੇ, ਉਹਨਾਂ ਨੇ ਰਮੇ ਹੋਏ RAM ਪਰਮਾਤਮਾ ਦਾ ਨਾਮ ਲਿਆ ਹੈ। ਇਸ ਕਰਕੇ ਅਸੀਂ ਵੀ ਅਰਦਾਸ ਕਰਨੀ ਹੈ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕਿਛ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ। ਹਮ ਅਵਗਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਜਿਹ ਮਿਲੰਤ ਜਮ ਤਰਾਸ ਮਿਟਾਈ। ਇੱਕ ਅਰਦਾਸ ਭਾਟ ਕੀਰਤ ਕੀ, ਗੁਰ ਰਾਮਦਾਸ ਰਾਖਹੁ ਸ਼ਰਨਾਈ। ਇਹ ਅਰਦਾਸ ਹਰ ਰੋਜ਼ ਕਰਿਆ ਕਰੀਏ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਕੀਤੀ ਹੋਈ ਦਿਲੋਂ ਅਰਦਾਸ ਕਦੇ ਵੀ ਵਿਅਰਥ ਨਹੀਂ ਜਾਂਦੀ, ਕਦੇ ਵੀ ਖਾਲੀ ਨਹੀਂ ਜਾਂਦੀ। ਭਾਵਨਾ ਹੋਣੀ ਚਾਹੀਦੀ ਹੈ, ਸ਼ਰਧਾ ਹੋਣੀ ਚਾਹੀਦੀ ਹੈ। ਸਤਿਗੁਰ ਸਭ ਦੀਆਂ ਇੱਛਾਵਾਂ ਪੂਰੀਆਂ ਕਰਦੇ ਹਨ। ਤੇ ਭਗਤ ਕਬੀਰ ਸਾਹਿਬ ਕਹਿ ਰਹੇ ਹਨ, ਤੇਉ ਉਤਰ ਪਾਰ ਪਰੇ। ਦੇਖ ਭਾਈ, ਉਹ ਉਤਰ ਗਏ ਪਾਰ ਸੰਸਾਰ ਸਾਗਰ ਤੋਂ, ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਲਿਆ ਹੈ, ਜਿਨ੍ਹਾਂ ਨੇ ਸਿਮਰਿਆ ਹੈ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਜਿਨ੍ਹਾਂ ਨੇ ਪਿੱਛੇ ਸਿਮਰਿਆ ਹੈ ਉਹਨਾਂ ਦੀ ਵੀ ਕਲਿਆਣ ਹੋਈ ਹੈ, ਜਿਹੜੇ ਹੁਣ ਸਿਮਰਨਗੇ ਉਹਨਾਂ ਦੀ ਵੀ ਕਲਿਆਣ ਹੋਵੇਗੀ, ਜਿਹੜੇ ਆਉਣ ਵਾਲੇ ਸਮੇਂ ਵਿੱਚ ਸਿਮਰਦੇ ਰਹਿਣਗੇ ਉਹਨਾਂ ਦੀ ਵੀ ਕਲਿਆਣ ਹੋਵੇਗੀ। ਪਾਤਸ਼ਾਹ ਨੇ ਬਾਣੀ ਅੰਦਰ ਉਹਨਾਂ ਦਾ ਵੀ ਜ਼ਿਕਰ ਕੀਤਾ ਜਿਨ੍ਹਾਂ ਨੇ ਹੋ ਚੁੱਕੇ ਗੁਜ਼ਰ ਚੁੱਕੇ ਸਮੇਂ ਦੇ ਅੰਦਰ ਪਰਮਾਤਮਾ ਨੂੰ ਸਿਮਰਿਆ, ਤੇ ਅੱਜ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ। ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਸੂਕਰ ਕੂਕਰ ਜੋਨ ਭ੍ਰਮੇ, ਤਉ ਲਾਜ ਨਾ ਆਈ। ਭਗਤ ਕਬੀਰ ਸਾਹਿਬ ਸਾਡੇ ਮਨ ਦੇ ਅੰਦਰ ਨਾਮ ਦੀ ਦ੍ਰਿੜਤਾ ਕਰਵਾਉਂਦੇ ਹੋਏ ਬਖਸ਼ਿਸ਼ ਕਰ ਰਹੇ ਹਨ। ਭਾਈ, ਜਿਸ ਦੇਹੀ, ਜਿਸ ਘਰ, ਜਿਸ ਸਰੀਰ ਵਿੱਚ ਤੂੰ ਅੱਜ ਬੈਠਾ ਹੋਇਆ ਹੈ ਨਾ, ਕੱਲ ਇਹਦੇ ਵਿੱਚ ਨਹੀਂ ਸੀ, ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਤੇਰੇ ਕੋਲ ਸਦਾ ਰਹਿਣ ਵਾਲਾ ਨਹੀਂ ਹੈ। ਇਸ ਕਰਕੇ ਇਸ ਗੱਲ ਦਾ ਧਿਆਨ ਰੱਖ। ਸੂਕਰ ਕੂਕਰ ਜੋਨ ਭ੍ਰਮੇ, ਕਿਹੜੀਆਂ ਜੋਨੀਆਂ ਦੇ ਵਿੱਚੋਂ ਲੰਘ ਕੇ ਆਇਆ ਹੈ? ਕੁੱਤਿਆਂ ਦੀਆਂ, ਕੂਕਰ ਕੁੱਤਿਆਂ ਦੀਆਂ, ਸੂਅਰਾਂ ਦੀਆਂ ਜੋਨੀਆਂ ਦੇ ਵਿੱਚ ਭਰਮਦਾ ਹੋਇਆ ਤੈਨੂੰ ਇਹ ਦੇਹੀ ਪ੍ਰਾਪਤ ਹੋਈ ਹੈ। ਤਉ ਲਾਜ ਨਾ ਆਈ, ਫਿਰ ਵੀ ਤੈਨੂੰ ਲਾਜ ਨਹੀਂ ਆ ਰਹੀ। ਰਮਈਆ ਕੇ ਗੁਣ ਚੇਤ ਪ੍ਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਤੇਰਾ ਮੂਲ ਕੀ ਸੀ? ਤੂੰ ਕਿਹੜੀਆਂ ਜੋਨੀਆਂ ਦੇ ਵਿੱਚ ਸੀ? ਤੇਰੇ ਤੇ ਬਖਸ਼ਿਸ਼ ਹੋਈ, ਗੁਰੂ ਕਿਰਪਾ ਹੋਈ, ਪਰਮੇਸ਼ਵਰ ਦੀ ਦਇਆ ਦ੍ਰਿਸ਼ਟੀ ਹੋਈ, ਤੇ ਤੈਨੂੰ ਅੱਜ ਮਨੁੱਖਾ ਦੇਹੀ ਪ੍ਰਾਪਤ ਹੋਈ ਹੈ। ਰਮਈਆ ਕੇ ਗੁਣ ਚੇਤ ਪ੍ਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਜਿਨ ਤੂੰ ਸਾਜ ਸਵਾਰ ਸਿੰਗਾਰਿਆ, ਗਰਭ ਅਗਨ ਮਹਿ ਜਿਨਹਿ ਉਭਾਰਿਆ। ਬਾਰ ਵਿਵਸਥਾ ਤੁਝੈ ਪਿਆਰੇ ਦੂਧ, ਭਰ ਜੋਬਨ ਭੋਜਨ ਸੁਖ ਸੂਦ। ਬਿਰਧ ਭਇਆ ਉਪਰ ਸਾਕ ਸੈਨ, ਮੁਖ ਅਪਿਆਓ ਬੈਠ ਕਉ ਦੈਨ। ਸਤਿਗੁਰ ਕਹਿੰਦੇ ਪਰਮੇਸ਼ਰ ਇਹ ਮਨੁੱਖ ਨਾਦਾਨ ਹੈ, ਇਹ ਨਿਰਗੁਣ, ਗੁਣ ਕਛੂ ਨਾ ਬੂਝੈ, ਬਖਸ਼ ਲਿਓ ਤਉ ਨਾਨਕ ਸੀਜੈ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਇਹਦੇ ਵਿੱਚ ਬੜੇ ਔਗਣ ਹਨ। ਇਹ ਤੇਰਾ ਜੀਵ ਤੇਰੇ ਤੋਂ ਥਿੜਕਿਆ ਹੋਇਆ, ਭੁੱਲਿਆ ਹੋਇਆ ਹੈ। ਪਰਮਾਤਮਾ ਫੇਰ ਬਖਸ਼ਿਸ਼ ਕਰ, ਇਹਦੇ ਤੇ ਕਿਰਪਾ ਕਰ, ਇਹਦੀ ਕਲਿਆਣ ਹੋ ਜਾਵੇ। ਰਾਮ ਨਾਮ ਛਾੜ ਅੰਮ੍ਰਿਤ, ਕਾਹੀ ਬਿਖ ਖਾਈ। ਰਾਮ ਨਾਮ, ਰਮੇ ਹੋਏ ਰਾਮ ਪਰਮੇਸ਼ਵਰ ਦੇ ਨਾਮ ਨੂੰ ਛੱਡ ਕੇ, ਜੋ ਅੰਮ੍ਰਿਤ ਹੈ, ਮ੍ਰਿਤਿੂ ਦੇ ਭੈ ਤੋਂ ਰਹਿਤ ਕਰਨ ਵਾਲਾ ਹੈ, ਜੋ ਸਦ ਜੀਵਨ ਦੇਣ ਵਾਲਾ ਹੈ, ਉਸ ਨੂੰ ਤਿਆਗ ਕਰਕੇ ਕਾਹੇ ਬਿਖ ਖਾਈ। ਕਾਹੇ ਵਿਸ਼ਿਆਂ ਵਿਕਾਰਾਂ ਦੀ ਵਿਉ ਜ਼ਹਿਰ ਤੂੰ ਖਾ ਰਿਹਾ ਹੈ। ਈਰਖਾ ਨਿੰਦਾ ਚੁਗਲੀ ਔਗਣਾ ਰੂਪ ਜ਼ਹਿਰ ਤੂੰ ਖਾ ਰਿਹਾ ਹੈ। ਕੀ ਕਾਰਨ ਹੈ? ਇਹਨਾਂ ਵਿੱਚ ਤੇਰਾ ਕੋਈ ਲਾਭ ਹੋਣ ਵਾਲਾ ਨਹੀਂ ਹੈ। ਭਗਤ ਕਬੀਰ ਸਾਹਿਬ ਕਹਿੰਦੇ ਦੱਸ ਤੇ ਸਹੀ, ਕਿਉਂ ਤੂੰ ਵਿਸ਼ਿਆਂ ਵਿਕਾਰਾਂ ਦੀ ਵਿਉ ਖਾ ਰਿਹਾ ਹੈ? ਇਹਦੇ ਵਿੱਚ ਸਿਵਾਏ ਬਦਨਾਮੀ ਤੋਂ, ਇਹਦੇ ਵਿੱਚ ਸਿਵਾਏ ਦੁੱਖ ਤੋਂ ਹੋਰ ਕੁਝ ਵੀ ਨਹੀਂ ਹਾਸਲ ਹੋਏਗਾ, ਕੋਈ ਸੁੱਖ ਨਹੀਂ ਪ੍ਰਾਪਤ ਹੋਵੇਗਾ। ਇਸ ਕਰਕੇ ਤੂੰ ਦੱਸ ਤੇ ਸਹੀ ਵੀ ਪਰਮੇਸ਼ਵਰ ਦਾ ਨਾਮ ਜੋ ਸਾਰੀਆਂ ਬਖਸ਼ਿਸ਼ਾਂ ਦੇਣ ਵਾਲਾ ਹੈ, ਦਾਤਾਂ ਦੇਣ ਵਾਲਾ ਹੈ, ਉਹਨੂੰ ਛੱਡਿਆ ਹੋਇਆ ਹੈ, ਤੇ ਵਿਉ ਦੇ ਨਾਲ ਅੰਮ੍ਰਿਤ ਕੌੜਾ, ਵਿਖਿਆ ਮਿੱਠੀ। ਵਿਖਿਆ ਤੈਨੂੰ ਮਿੱਠੀ ਲੱਗਦੀ ਹੈ, ਅੰਮ੍ਰਿਤ ਗੁਰੂ ਦਾ ਤੈਨੂੰ ਕੌੜਾ ਲੱਗਦਾ ਹੈ। ਕਿਉਂ ਤੂੰ ਇਸ ਕੰਮ ਨੂੰ ਕਰਦਾ ਹੈ? ਤਜ ਭਰਮ ਕਰਮ ਬਿਦਨ ਖੇਦ, ਰਾਮ ਨਾਮ ਲੇਹੀ। ਭਗਤ ਕਬੀਰ ਸਾਹਿਬ ਕਹਿੰਦੇ ਭਾਈ ਤਜ ਤਿਆਗ ਦੇ, ਛੱਡ ਦੇ ਭਰਮ ਜੋ ਕਰਮ ਤੈਨੂੰ ਭਰਮਾਂ ਦੇ ਵਿੱਚ ਪਾ ਰਹੇ ਹਨ, ਪਰਮੇਸ਼ਵਰ ਤੋਂ ਤੋੜ ਰਹੇ ਹਨ, ਉਹਨਾਂ ਨੂੰ ਤਿਆਗ, ਉਹਨਾਂ ਨੂੰ ਛੱਡਣਾ ਕਰ। ਐਸੇ ਕਰਮ ਜੋ ਭਰਮ ਭੁਲੇਖਿਆਂ ਵਿੱਚ ਰੱਖਦੇ ਹੋਣ, ਉਹਨਾਂ ਦਾ ਤਿਆਗ ਕਰ ਦੇਣਾ ਚਾਹੀਦਾ ਹੈ। ਬਿਦ ਨਿਖੇਦ, ਮਨੁ ਸਿਮਰਤੀ ਆਦਿਕ ਗ੍ਰੰਥਾਂ ਦੇ ਵਿੱਚ ਕੁਝ ਕਰਮਾਂ ਨੂੰ ਕਰਨ ਦਾ ਤੇ ਕੁਝ ਨੂੰ ਨਾ ਕਰਨ ਦਾ ਜੋ ਉਪਦੇਸ਼ ਹੈ, ਇਹਨਾਂ ਦੇ ਵਿੱਚੋਂ ਨਿਕਲ ਤੇ ਪਰਮੇਸ਼ਵਰ ਦਾ ਨਾਮ ਸਿਮਰ, ਪਰਮਾਤਮਾ ਦਾ ਨਾਮ ਜਪ। ਗੁਰ ਪ੍ਰਸਾਦ ਜਨ ਕਬੀਰ, ਰਾਮ ਕਰ ਸਨੇਹੀ। ਗੁਰੂ ਦੀ ਪ੍ਰਸਾਦ ਕਿਰਪਾ ਦੇ ਨਾਲ ਭਗਤ ਕਬੀਰ ਸਾਹਿਬ ਕਹਿੰਦੇ ਰਾਮ ਕਰ ਸਨੇਹੀ, ਰਮੇ ਹੋਏ ਰਾਮ ਦੇ ਨਾਲ ਸਨੇਹ ਕਰ, ਪ੍ਰੇਮ ਕਰ। ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਕਹਿੰਦੇ ਸਾਚ ਕਹੋ ਸੁਨ ਲੇਹੋ ਸਭੈ, ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ। ਪ੍ਰੇਮ ਉਹ ਨਾਤਾ ਹੈ ਜਿਹਦੇ ਵਿੱਚ ਮੈਂ ਪਰੇ ਹੋ ਜਾਏ, ਜਿਹਦੇ ਵਿੱਚ ਪਰਮੇਸ਼ਵਰ ਦਾ ਵਾਸਾ ਹੋਵੇ। ਸੋ ਆਓ ਜੋ ਲੜੀਵਾਰ ਸ਼ਬਦ ਉਪਦੇਸ਼ ਸਤਿਗੁਰੂ ਬਖਸ਼ਿਸ਼ ਕਰਦੇ ਹਨ, ਹੁਣ ਤਿਸ ਦੀ ਵਿਚਾਰ ਦੇ ਨਾਲ ਜੁੜਨਾ ਕਰੀਏ। ਰਾਮ ਕਲੀ ਮਹੱਲਾ ਪਹਿਲਾ,
ਜਗ ਪ੍ਰਬੋਧਹਿ ਮੜੀ ਵਧਾਵਹਿ। ਜਗ ਪ੍ਰਬੋਧਹ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬਖਸ਼ਿਸ਼ ਕੀਤਾ ਹੋਇਆ ਪਾਵਨ ਉਪਦੇਸ਼ ਰਾਮਕਲੀ ਰਾਗ ਦੇ ਅੰਦਰ ਸਾਹਿਬ ਸ੍ਰੀ ਗੁਰੂ ਨਾਨਕ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ 903 ਅੰਗ ਦੇ ਉੱਪਰ ਸੁਭਾਏਮਾਨ ਹੈ। ਜਦੋਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਗੋਰਖ ਮਤਾ ਵਰਤਮਾਨ ਦੇ ਵਿੱਚ ਨਾਨਕ ਮਤਾ ਜਿਸ ਨੂੰ ਅਸੀਂ ਕਹਿੰਦੇ ਹਾਂ, ਉਸ ਥਾਂ ਤੇ ਜੋਗੀਆਂ ਦੇ ਨਾਲ ਸਿੱਧਾਂ ਦੇ ਨਾਲ ਚਰਚਾ ਕੀਤੀ। ਉਸ ਸਮੇਂ ਪਾਤਸ਼ਾਹ ਜੀ ਨੇ ਇਹ ਪਾਵਨ ਅਸ਼ਟਪਦੀ ਸ਼ਬਦ ਉਚਾਰ ਕੇ ਉਪਦੇਸ਼ ਬਖਸ਼ਿਸ਼ ਕੀਤਾ। ਸਤਿਗੁਰ ਕਹਿੰਦੇ ਸਿੱਧ ਪੁਰਸ਼ੋ ਸਿੱਧ ਲੋਕੋ, ਹੇ ਜੋਗੀਓ ਮਨ ਜਗ ਪ੍ਰਬੋਧਹ, ਤੁਸੀਂ ਜਗ ਨੂੰ ਤੇ ਪਰ ਵਿਸ਼ੇਸ਼ ਕਰਕੇ ਬੋਧਹ ਗਿਆਨ ਉਪਦੇਸ਼ ਕਰਦੇ ਹੋ। ਮੜੀ ਬੰਧਾਵਹਿ, ਪਰ ਆਪ ਤੁਸੀਂ ਆਪਣੇ ਮਠ ਮੜੀ ਆਦਿਕ ਜਿਹੜੇ ਹਨ ਉਹ ਬਣਾਏ ਹੋਏ ਹਨ। ਆਪਣੀ ਪੂਜਾ ਪ੍ਰਤਿਸ਼ਠਾ ਦੇ ਵਾਸਤੇ ਤੁਸੀਂ ਆਪਣੇ ਅਸਥਾਨ ਬਣਾਏ ਹੋਏ ਹਨ। ਇਸ ਪ੍ਰਕਾਰ ਤੁਸੀਂ ਪਰਮੇਸ਼ਵਰ ਦੇ ਨਾਮ ਤੋਂ, ਪਰਮੇਸ਼ਵਰ ਦੀ ਪ੍ਰਾਪਤੀ ਤੋਂ ਦੂਰ ਹੋ, ਪਰ ਦੁਨੀਆ ਨੂੰ ਤੁਸੀਂ ਉਪਦੇਸ਼ ਕਰਦੇ ਹੋ। ਆਸਨ ਤਿਆਗ ਕਾਹੇ ਸੱਚ ਪਾਵਾਹੇ। ਨਿਜ ਸਾਖਿਆਤ, ਨਿਜ ਸਵਰੂਪ ਦੀ ਸਾਖਿਆਤ ਰੂਪੀ ਸਥਿਤਤਾ ਤਿਆਗ ਕਰਕੇ, ਛੱਡ ਕਰਕੇ, ਜਾਂ ਮਨ ਦੀ ਇਕਾਗਰਤਾ ਰੂਪੀ ਆਸਨ ਛੱਡ ਕਰਕੇ ਕਾਹੇ ਸੱਚ ਪਾਵਹਿ, ਕਿਸ ਪ੍ਰਕਾਰ ਤੁਸੀਂ ਸੱਚ ਪਰਮੇਸ਼ਵਰ ਨੂੰ ਪਾ ਸਕਦੇ ਹੋ, ਭਾਵ ਨਹੀਂ ਪਾ ਸਕਦੇ। ਮਮਤਾ ਮੋਹ ਕਾਮਨ ਹਿਤਕਾਰੀ। ਸਿੱਧ ਜੋਗ ਮਤ ਦੇ ਅੰਦਰ ਆਈ ਹੋਈ ਗਿਰਾਵਟ ਨੂੰ ਇੱਥੇ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਦੇ ਸਾਹਮਣੇ ਪ੍ਰਗਟ ਕੀਤਾ ਕਿ ਦੇਖੋ ਤੁਹਾਡੇ ਅੰਦਰ ਚੇਲੇ ਆਦਿਕ ਬਣਾਉਣ ਦੀ ਮਮਤਾ ਹੈ, ਪਦਾਰਥ ਆਦਿਕ ਇਕੱਠੇ ਕਰਨ ਦਾ ਮੋਹ ਹੈ, ਡੇਰੇ ਆਦਿਕ ਬਣਾਉਣ ਦਾ ਮੋਹ ਹੈ, ਤੇ ਕਾਮਣ ਹਿਤਕਾਰੀ, ਤੇ ਕਾਮਣ ਇਸਤਰੀਆਂ ਦੇ ਵਿੱਚ ਵੀ ਤੁਸੀਂ ਲੁਭਾਏਮਾਨ ਹੋ, ਹਿਤ ਕਰਦੇ ਹੋ, ਉਹਨਾਂ ਦਾ ਪੱਖ ਰੱਖਦੇ ਹੋ। ਨਾ ਆਉ ਤੂਤੀ ਨਾ ਸੰਸਾਰੀ। ਨਾ ਤੇ ਤੁਸੀਂ ਬਿਰਕਤ ਹੋ ਸਕੇ, ਸਾਧੂ ਰੂਪ ਹੋ ਸਕੇ, ਕਿਉਂਕਿ ਸਾਧ ਨਾਮ ਨਿਰਮਲ ਜਾ ਕੇ ਕਰਮ। ਨਾ ਤੇ ਤੁਸੀਂ ਬਿਰਕਤ ਸਾਧੂ ਹੋ ਸਕੇ, ਤੇ ਨਾ ਹੀ ਤੁਸੀਂ ਗ੍ਰਸਤੀ ਹੋ ਸਕੇ ਹੋ। ਜੋਗੀ ਬੈਸ ਰਹੋ ਦੁਬਦਾ ਦੁਖ ਭਾਗਾ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਹੇ ਭਾਈ ਜੋਗੀਓ ਬੈਸ ਰਹੋ, ਨਿਜ ਸਵਰੂਪ ਦੀ ਸਾਖਿਆਤ ਰੂਪ ਆਸਨ ਤੇ ਬੈਸ ਰਹੋ, ਤਾਂ ਕਿ ਤੁਹਾਡਾ ਜੋ ਦੁਬਦਾ ਦੁਚਿਤੀ ਵਾਲੀ ਜੋ ਅਵਸਥਾ ਹੈ ਉਹ ਨਾਸ਼ ਹੋ ਸਕੇ। ਘਰ ਘਰ ਮਾਗਤ ਲਾਜ ਨਾ ਲਾਗਾ। ਘਰ ਘਰ ਜਾ ਕੇ ਤੁਸੀਂ ਮੰਗਦੇ ਹੋ, ਭਿੱਖਿਆ ਲੈਂਦੇ ਹੋ, ਪਦਾਰਥਾਂ ਦੀ ਇੱਛਾ ਰੱਖਦੇ ਹੋ, ਤੁਹਾਨੂੰ ਸ਼ਰਮ ਨਹੀਂ ਆਉਂਦੀ। ਰਹਾਉ ਗਾਵਹਿ ਗੀਤ ਨਾ ਚੀਨਹਿ ਆਪ। ਮਨ ਪ੍ਰਬੋਧਨ ਦੇ ਵਾਸਤੇ, ਦੁਨੀਆ ਨੂੰ ਰਿਝਾਉਣ ਦੇ ਵਾਸਤੇ, ਮਗਰ ਲਾਉਣ ਵਾਸਤੇ ਤੁਸੀਂ ਗੀਤ ਗਾਉਂਦੇ ਹੋ, ਅਲਖ ਨਿਰੰਜਨ ਅਲਖ ਅਲਖ ਦਾ ਜਾਪ ਕਰਦੇ ਹੋ, ਆਪਣਾ ਆਪਾ ਤੁਸੀਂ ਚੀਨਦੇ ਨਹੀਂ ਹੋ, ਤੁਹਾਨੂੰ ਆਪਣੇ ਨਿਜ ਸਵਰੂਪ ਦੀ ਸੋਝੀ ਨਹੀਂ ਹੈ। ਕਿਉਂ ਲਾਗੀ ਨਿਵਰੈ ਪ੍ਰਤਾਪ। ਕਿਉਂ ਲਾਗੀ ਨਿਵਰੈ, ਇਸ ਪ੍ਰਕਾਰ ਜੋ ਲੱਗੀ ਹੋਈ ਤ੍ਰਿਸ਼ਨਾ ਆਦਿਕ ਦੀ ਤਪਸ਼ ਹੈ, ਜੋ ਮਾਇਆ ਲੱਗੀ ਹੋਈ ਹੈ, ਉਹ ਕਿਵੇਂ ਨਿਵਰ ਸਕਦੀ ਹੈ। ਪ੍ਰਤਾਪ ਪਰ ਵਿਸ਼ੇਸ਼ ਕਰਕੇ ਜੋ ਤਾਪ ਦੁਖਦਾਇਕ ਹੈ। ਗੁਰ ਕੈ ਸ਼ਬਦ ਰਚੈ ਮਨ ਪਾਏ। ਗੁਰੂ ਦੇ ਸ਼ਬਦ ਦੇ ਦੁਆਰਾ, ਗੁਰੂ ਦੇ ਉਪਦੇਸ਼ ਦੇ ਦੁਆਰਾ ਜਦੋਂ ਮਨ ਰੁਚਦਾ ਹੈ, ਮਨ ਤਦਾਕਾਰ ਹੁੰਦਾ ਹੈ ਉਪਦੇਸ਼ ਨੂੰ ਮੰਨਣ ਦੇ ਵਾਸਤੇ, ਫਿਰ ਭਾਏ ਮਨ ਦੇ ਅੰਦਰ ਪ੍ਰੇਮ ਪੈਦਾ ਹੁੰਦਾ ਹੈ। ਭਿਖਿਆ ਸਹਿਜ ਵਿਚਾਰੀ ਖਾਈ। ਸਤਿਗੁਰ ਕਹਿੰਦੇ ਜੋਗੀ ਪੁਰਖੋ ਭਿਖਿਆ ਸਹਿਜ, ਸਹਿਜ ਸਵਰੂਪ ਦੇ ਵਿੱਚ ਰਹਿਣ ਰੂਪ ਭਿਖਿਆ ਲੈਣਾ ਕਰੋ। ਵਿਚਾਰੀ ਖਾਏ, ਤੇ ਗੁਰੂ ਉਪਦੇਸ਼ ਨੂੰ ਵਿਚਾਰਨ ਰੂਪ ਜੋ ਸ਼ਬਦ ਉਪਦੇਸ਼ ਕਮਾਣ ਰੂਪ ਜੋ ਖਾਣਾ ਹੈ, ਭੋਜਨ ਹੈ, ਉਹ ਕਰੋ। ਭਸਮ ਚੜਾਏ ਕਰਹਿ ਪਾਖੰਡ। ਭਸਮ ਆਦਿਕ ਲਗਾ ਕਰਕੇ ਤੁਸੀਂ ਪਖੰਡ ਕਰਦੇ ਹੋ, ਦੁਨੀਆ ਨੂੰ ਦਿਖਾਉਂਦੇ ਹੋ। ਮਾਇਆ ਮੋਹਿ ਸਹੇ ਜਮ ਡੰਡ। ਮਾਇਆ ਆਦਿਕ ਪਦਾਰਥਾਂ ਦੇ ਮੋਹ ਵਿੱਚ ਫਸੇ ਹੋਏ ਹੋ, ਸਹੇ ਜਮ ਡੰਡ, ਅਖੀਰ ਨੂੰ ਤੁਹਾਨੂੰ ਜਮਾਂ ਦੇ ਵਸ ਹੀ ਪੈਣਾ ਪਵੇਗਾ। ਫੂਟੈ ਖਾਪਰ ਭੀਖ ਨਾ ਪਾਏ। ਫੁੱਟ ਹੈ ਖਾਪਰ, ਤੁਹਾਡਾ ਮਨ ਰੂਪੀ ਖੱਪਰ ਭਾਂਡਾ ਜੋ ਹੈ ਉਹ ਸ਼ਰਧਾ ਭਾਵਨਾ ਦੇ ਵੱਲੋਂ ਟੁੱਟਿਆ ਹੋਇਆ ਹੈ, ਇਸ ਕਰਕੇ ਤੁਹਾਨੂੰ ਪ੍ਰੇਮ ਰੂਪੀ ਭਿਖਿਆ ਪਰਮੇਸ਼ਰ ਵੱਲੋਂ ਪ੍ਰਾਪਤ ਨਹੀਂ ਹੈ। ਬੰਧਨ ਬਾਧਿਆ ਆਵੈ ਜਾਏ। ਐਸਾ ਜੋ ਜੋਗੀ ਜੀਵ ਹੈ ਉਹ ਬੰਧਨ ਬਾਂਧਿਆ, ਮਾਇਆ ਆਦਿਕ ਮੋਹ ਆਦਿਕ ਦੇ ਬੰਧਨਾਂ ਦੇ ਵਿੱਚ ਬੱਧਾ ਹੋਇਆ
ਜੰਮਦਾ ਤੇ ਮਰਦਾ ਹੀ ਰਹੇਗਾ। ਬਿੰਦ ਨ ਰਾਖੇ ਜਤੀ ਕਹਾਵਾਹੇ। ਬਿੰਦ ਨਾ ਰੱਖ ਹੈ, ਸਤ ਨੂੰ ਤੁਸੀਂ ਕਾਇਮ ਨਹੀਂ ਰੱਖ ਸਕਦੇ, ਜਤ ਨੂੰ ਤੁਸੀਂ ਕਾਇਮ ਨਹੀਂ ਰੱਖਿਆ ਹੋਇਆ, ਪਰ ਆਪਣੇ ਆਪ ਨੂੰ ਲੋਕ ਦਿਖਾਵੇ ਦੇ ਵਾਸਤੇ ਤੁਸੀਂ ਜਤੀ ਕਹਾਉਂਦੇ ਹੋ। ਆਈ ਮਾਗਤ ਤ੍ਰੈ ਲੋਭਾਵਹੇ। ਪਿੰਡਾਂ ਵਿੱਚ ਘਰਾਂ ਵਿੱਚ ਜਾ ਕੇ ਇਸਤਰੀਆਂ ਤੋਂ ਮੰਗਦੇ ਹੋ ਤੇ ਇਸ ਤਰ੍ਹਾਂ ਤੁਸੀਂ ਤ੍ਰੈ ਗੁਣਾਂ ਦੇ ਵਿੱਚ ਰਾਜਸ ਤਾਮਸ ਸਾਤਕ ਆਦਿਕ ਗੁਣਾਂ ਦੇ ਵਿੱਚ ਲੁਭਾਏ ਮਾਨ ਹੋ। ਨਿਰਦਇਆ ਨਹੀਂ ਜੋਤ ਉਜਾਲਾ। ਨਿਰਦਇਆ, ਤੁਹਾਡਾ ਮਨ ਦਇਆ ਤੋਂ ਰਹਿਤ ਹੋਇਆ ਹੈ, ਨਹੀਂ ਜੋਤ ਉਜਾਲਾ, ਜਿਸ ਕਰਕੇ ਤੁਹਾਡੇ ਹਿਰਦੇ ਦੇ ਅੰਦਰ ਪਰਮਾਤਮਾ ਦੀ ਜੋਤ ਰੂਪ ਪ੍ਰਕਾਸ਼ ਉਜਾਲਾ ਜੋ ਹੈ ਉਹ ਨਹੀਂ ਹੋ ਰਿਹਾ। ਬੂੜਤ ਬੂਢੇ ਸਰਬ ਜੰਜਾਲਾ। ਬੂਢਤ ਬੂਢੇ ਤੇ ਡੁੱਬਦੇ ਵਿਸ਼ਿਆਂ ਵਿਕਾਰਾਂ ਦੇ ਜਲ ਅੰਦਰ ਤੁਸੀਂ ਸਰਬ ਜੰਜਾਲਾ, ਸਾਰੇ ਜੰਜਾਲ ਮਾਇਆ ਆਦਿਕ ਦੇ ਤੁਹਾਨੂੰ ਲੱਗੇ ਹੋਏ ਹਨ ਤੇ ਤੁਸੀਂ ਸੰਸਾਰ ਸਾਗਰ ਦੇ ਅੰਦਰ ਹੀ ਡੁੱਬ ਜਾਓਗੇ। ਇਸ ਪ੍ਰਕਾਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਨਾਨਕ ਮਤੇ ਵਾਲੇ ਸਥਾਨ ਤੇ ਉਹਨਾਂ ਜੋਗੀ ਲੋਕਾਂ ਨੂੰ ਇਹ ਉਪਦੇਸ਼ ਬਖਸ਼ਿਸ਼ ਕੀਤਾ ਕਿ ਜੇ ਧਰਮ ਦਾ ਪਹਿਰਾਵਾ ਹੈ ਤੇ ਕਰਮ ਵੀ ਧਰਮ ਅਨੁਸਾਰ ਹੀ ਹੋਣੇ ਚਾਹੀਦੇ ਹਨ। ਧਾਰਮਿਕ ਮਨੁੱਖ ਦਾ ਕਰਮ ਹੈ ਧਰਮ ਦਾ ਪਸਾਰਾ ਕਰੇ, ਜੋ ਹੈ ਉਹਦੇ ਅਨੁਸਾਰ ਹੀ ਦੁਨੀਆ ਨੂੰ ਦਿਖਾਏ, ਨਾ ਕਿ ਸਤਿਗੁਰ ਪਾਤਸ਼ਾਹ ਬਖਸ਼ਿਸ਼ ਕਰਦੇ ਹਨ ਕਿ ਲੋਕਾਂ ਦੇ ਵਾਸਤੇ ਹੋਰ ਤੇ ਆਪਣੇ ਵਾਸਤੇ ਹੋਰ। ਐਸਾ ਪੁਰਖ ਕਦੇ ਵੀ ਜ਼ਿੰਦਗੀ ਵਿੱਚ ਸਫਲ ਨਹੀਂ ਹੁੰਦਾ। ਸੋ ਸਤਿਗੁਰ ਜੀ ਨੇ ਬਖਸ਼ਿਸ਼ ਕੀਤੀ, ਕਿਰਪਾ ਕੀਤੀ। ਆਓ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਦਿਹਾੜਾ ਮਨਾਉਂਦੇ ਹੋਏ ਸਤਿਗੁਰਾਂ ਦੇ ਚਰਨਾਂ ਵਿੱਚ ਨਵਾਈਏ ਸੀਸ, ਸਿਜਦਾ ਕਰੀਏ, ਸਤਿਗੁਰ ਨੂੰ ਪਿਆਰ ਨਾਲ ਪੜ੍ਹ ਲਈਏ। ਸਭ ਰਾਜਨ ਕੇ ਰਾਜਾ ਜਾ, ਸਭ ਰਾਜਨ ਕੇ ਰਾਜਾ। ਸਭ ਰਾਜਨ ਕੇ ਰਾਜਾ। ਸਭ ਰਾਜਨ ਕੇ ਰਾਜਾ ਤੁਮ ਹੋ, ਸਭ ਰਾਜਨ ਕੇ ਰਾਜਾ। ਸਭ ਰਾਜਨ ਕੇ ਰਾਜਾ ਤੁਮ ਹੋ, ਸਭ ਰਾਜਨ ਕੇ ਰਾਜਾ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।